ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਮਹਾਂਪੁਰਖਾਂ ਦੇ ਔਰ ਸਮੂਹ ਸਾਧ ਸੰਗਤ ਜੀ ਦੇ ਉਦਮ ਸਦਕਾ ਧੰਨ ਧੰਨ ਬੇਬੇ ਨਾਨਕੀ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਬੇਬੇ ਜੀ ਔਰ ਸਤਿਗੁਰਾਂ ਦੇ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਕੀਤੇ ਹੋਏ ਪਰਮ ਪਵਿੱਤਰ ਸਥਾਨ ਵਿਖੇ ਗੁਰੂ ਮਹਾਰਾਜ ਨੇ ਆਪ ਦੇ ਸਮਤ ਬਖਸ਼ਿਸ਼ ਕੀਤੀ ਹੈ। ਕੱਲ੍ਹ ਦੇ ਅਖੰਡ ਜਾਪ ਆਰੰਭ ਹੋ ਚੁੱਕੇ ਹਨ ਔਰ ਗੁਰੂ ਮਹਾਰਾਜ ਨੇ ਮਹਾਨ ਬਖਸ਼ਿਸ਼ ਕਰਕੇ ਬੜੇ ਸੀਮਤ ਸਮੇਂ ਦੇ ਅੰਦਰ ਆਪੇ ਲਾਹੇ ਆਪਣਾ ਪਿਆਰ ਤੇ ਸੰਗਤਾਂ ਵਿੱਚ ਮਹਾਂਪੁਰਖਾਂ ਦੇ ਅੰਦਰ ਬੜਾ ਭਾਰੀ ਗੁਰੂ ਮਹਾਰਾਜ ਨੇ ਉਮਾਹ ਵੀ ਤੇ ਉਤਸ਼ਾਹ ਵੀ ਬਖਸ਼ਿਸ਼ ਕੀਤਾ ਹੈ। ਤੇ ਗੁਰੂ ਮਹਾਰਾਜ ਨੇ ਕੋਈ ਐਸੀ ਖੇਲ ਖੇਲੀ ਹੈ ਕਿ ਕਿਸੇ ਨੂੰ ਵੀ ਚੇਤਾ ਨਹੀਂ ਸੀ ਕਿ ਇਸ ਵਾਰ ਬੇਬੇ ਜੀ ਦਾ ਅਵਤਾਰ ਪੁਰਬ ਇਹ ਮਨਾਉਣ ਦਾ ਸੁਭਾਗ ਸਾਧ ਸੰਗਤ ਜੀ ਨੂੰ ਪ੍ਰਾਪਤ ਹੋਵੇਗਾ। ਜੋ ਸਥਾਨ ਅਖੰਡ ਜਾਪ ਵਾਸਤੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਸੀ, ਹੁਣੇ ਆਪ ਜੀ ਸੰਗਤਾਂ ਦੇ ਸਾਹਮਣੇ ਬਚਨ ਹੋਏ ਹੈ। ਭਾਵੇਂ ਇਹ ਕਾਰਜ ਕੁਝ ਦਿਨਾਂ ਦੀ ਮੰਗ ਕਰ ਰਿਹਾ ਸੀ, ਪਰ ਬਾਸੀ ਸਾਹਿਬ ਜੀ ਨੇ ਬੜੀ ਤਨਦੇਹੀ ਦੇ ਨਾਲ ਆਪਣੇ ਸਾਰੇ ਵਰਕਰ ਲੈ ਕੇ ਇਸ ਕਾਰਜ ਨੂੰ ਇਸ ਪ੍ਰਕਾਰ ਆਰੰਭਿਆ ਕਿ 2 ਦਿਨਾਂ ਦੇ ਅੰਦਰ ਇਹਨੂੰ ਕੰਪਲੀਟ ਕੀਤਾ। ਤੇ ਗੁਰੂ ਮਹਾਰਾਜ ਨੇ ਕੋਈ ਐਸੀ ਬਖਸ਼ਿਸ਼ ਕੀਤੀ ਹੈ ਕਿ ਉਹਦਾ ਜੋ ਮਹੂਰਤ ਕਹਿ ਲਓ ਜਾਂ ਝੱਟ ਕਹਿ ਲਓ, ਉਹ ਧੰਨ ਧੰਨ ਬੇਬੇ ਨਾਨਕੀ ਜੀ ਉਹਨਾਂ ਦੇ ਅਵਤਾਰ ਪੁਰਬ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਜਾਪ ਕੱਲ੍ਹ ਆਰੰਭ ਹੋ ਚੁੱਕੇ ਹਨ। ਕੱਲ੍ਹ ਸਾਰੀਆਂ ਪਿਆਰੀਆਂ ਸੰਗਤਾਂ ਨੇ ਬੇਬੇ ਜੀ ਦੇ ਇਹ ਅਵਤਾਰ ਜਾਂ ਜਨਮ ਉਤਸਵ ਦੀ ਖੁਸ਼ੀ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਜਿੱਥੇ ਪਾਠਾਂ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਕੀਰਤਨ ਵੀ ਬੜੇ ਪਿਆਰ ਵਿੱਚ ਹੋਇਆ ਤੇ ਬਚਨ ਵੀ ਬੜੀ ਸ਼ਰਧਾ ਭਗਤੀ ਦੇ ਅੰਦਰ ਆਪ ਜੀ ਨੇ ਬਹੁਤ ਭਿੱਜ ਕੇ ਸ਼ਰਵਣ ਕੀਤੇ, ਕਿਉਂਕਿ ਬੇਬੇ ਜੀ ਦਾ ਜੋ ਅਵਤਰਨ ਆ ਜਾਂ ਉਹਨਾਂ ਦਾ ਜੀਵਨ ਆ
ਉਹ ਪੂਰਨ ਤੌਰ 'ਤੇ ਸ਼ਰਧਾ, ਵਿਸ਼ਵਾਸ, ਦ੍ਰਿੜਤਾ, ਭਗਤੀ ਔਰ ਬੜਾ ਗਿਆਨ ਅਤੇ ਵਿਚਾਰ ਵਿਵੇਕਮਈ ਜੀਵਨ ਹੈ। ਜਦੋਂ ਉਹਨਾਂ ਦੇ ਪਵਿੱਤਰ ਜੀਵਨ ਨੂੰ ਪੜ੍ਹੀਦਾ, ਐਸਾ ਦ੍ਰਿੜ ਵਿਸ਼ਵਾਸ, ਇਹ ਆਪਣੀ ਕੋਈ ਚਤਰਾਈ ਨਾਲ ਨਹੀਂ ਮਿਲਦਾ, ਇਹ ਕੋਈ ਦਰਗਾਹੀ ਬਖਸ਼ਿਸ਼ ਹੁੰਦੀ ਹੈ। ਕਿਉਂਕਿ ਆਪੇ ਲਾਹੇ ਆਪਣਾ ਪਿਆਰ, ਆਪਣਾ ਲਾਇਆ ਪਿਰਮ ਨ ਲੱਗੇ, ਜੇ ਲੋਚਿਆ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਚਾਹੁੰਦੇ ਤਾਂ ਸਾਰੇ ਹੀ ਹੈ, ਪਰ ਇਹ ਬਖਸ਼ਿਸ਼ ਦੀ ਵਸਤੂ ਹੈ। ਇਹ ਬਖਸ਼ਿਸ਼ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਲਦੀ ਹੈ। ਡਮੇਲੀ ਨਗਰ ਵਿਖੇ ਸ਼੍ਰੀਮਾਨ ਬਾਬਾ ਦਲੀਪ ਸਿੰਘ ਸਾਹਿਬ ਦੇ ਤਪ ਸਥਾਨ ਕੁਟੀਆ ਵਿਖੇ ਜਦੋਂ ਮਹਾਂਪੁਰਖ ਹਰਖੋਵਾਲ ਵਾਲਿਆਂ ਨੇ ਕਿਰਪਾ ਕੀਤੀ, ਸੰਤ ਗਿਆਨੀ ਬਾਬਾ ਹਰਵੰਸ ਸਿੰਘ ਜੀ ਨੂੰ ਬਚਨ ਕਰਨਾ ਕਿ ਗਿਆਨੀ ਜੀ, ਸਾਡੇ ਆਉਣ ਨਾਲ ਤੁਹਾਨੂੰ ਖੇਚਲ ਬੜੀ ਵੱਧ ਗਈ ਹੈ। ਅਤੇ ਗਿਆਨੀ ਜੀ ਦਾ ਇਹ ਨਿਯਮ ਸੀ, ਉਹਨੇ ਸਤ ਵਚਨ ਨਹੀਂ ਕਹਿਣਾ, ਦੂਜੀ ਗੱਲ ਹੀ ਨਹੀਂ ਕਰਨੀ। ਕਹਿਣ ਲੱਗੇ, ਮਹਾਰਾਜ ਤੁਹਾਡੇ ਆਉਣ ਨਾਲ ਮਾਇਆ ਵੀ ਬਹੁਤ ਆਉਂਦੀ ਹੈ, ਗੱਜ ਕੇ ਬੋਲੋ, ਸੰਗਤਾਂ ਵੀ ਅੰਤ ਆਉਂਦੀਆਂ। ਕਿਉਂਕਿ ਜਿੱਥੇ ਮਹਾਰਾਜ ਆ ਜਾਂਦੇ ਆ, ਸਾਰੀਆਂ ਬਰਕਤਾਂ ਆ ਜਾਂਦੀਆਂ। ਸੋ ਅਤੇ ਸੰਤ ਗਿਆਨੀ ਹਰਵੰਸ ਸਿੰਘ ਜੀ, ਸੰਤ ਜੋਗਿੰਦਰ ਸਿੰਘ ਜੀ ਨੂੰ ਇੱਕ ਸਬਕ ਪੜ੍ਹਾ ਗਿਆ, ਇਹਨੇ ਵੀ ਉਹ ਨੁਕਤਾ ਬੜਾ ਪੱਕਾ ਕੀਤਾ ਹੈ। ਉਹ ਹੈ ਸਤ ਵਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਪੜ੍ਹਾਈ ਹੈ, ਉਹ ਸਤ ਵਚਨ ਦੀ ਹੈ। ਇੱਕ ਤਾਂ ਸ਼ਰਧਾਲੂਆਂ ਦਾ ਰਸਤਾ ਅਤੇ ਇੱਕ ਸ਼ੰਕਾਵਾਦੀਆਂ ਦਾ। ਬੇੜਾ ਬੰਨੇ ਸ਼ਰਧਾਲੂਆਂ ਦਾ ਲੱਗਦਾ, ਸ਼ੰਕਾਵਾਦੀਆਂ ਦੀ ਬੇੜੀ ਡੁੱਬਦੀ ਹੈ। ਕਿਉਂਕਿ ਸ਼ਰਧਾਵਾਨ ਲੱਭ ਤੇ ਗਿਆਨੰ ਸੰਜਤੇਂਦਰਿਆ, ਗੀਤਾ ਜੀ ਕ੍ਰਿਸ਼ਨ ਜੀ ਦੇ ਬਚਨ ਆ। ਕਿਹੜੇ ਸ਼ਰਧਾਵਾਨ ਪੁਰਖ ਆ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਨ੍ਹਾਂ ਨੇ ਆਪਣੇ ਮਨ, ਬੁੱਧੀ, ਇੰਦਰੀਆਂ ਨੂੰ ਕਾਬੂ ਵਿੱਚ ਕੀਤਾ ਹੋਇਆ, ਸਤਿ ਸੰਜਾਏ ਤੇ ਗਿਆਨਾ। ਜਦੋਂ ਫਿਰ ਇਹ ਸੱਚੀ ਸ਼ਰਧਾ, ਸੱਚੀ ਭਾਵਨਾ ਸੱਚ ਨਾਲ ਜੁੜ ਜਾਂਦਾ, ਹਿਰਦੇ ਦੀ ਸ਼ੁੱਧੀ ਹੁੰਦੀ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬੇਬੇ ਜੀ ਦਾ ਜਿਹੜਾ ਜੀਵਨ ਆ, ਬੜਾ ਅਲੌਕਿਕ ਜੀਵਨ ਆ। ਜਿਸ ਤਰ੍ਹਾਂ ਇਤਿਹਾਸਕਾਰਾਂ ਦੀ ਵਿਚਾਰ ਹੈ ਕਿ ਉਹਨਾਂ ਦਾ ਅਵਤਰਨ ਜਿਹੜਾ, ਉਹ ਡੇਰਾ ਚਾਲ ਨਗਰ, ਜਿੱਥੇ ਉਹਨਾਂ ਦੇ ਨਾਨਕੇ ਸੀ, ਉਸ ਨਗਰ ਵਿੱਚ ਹੋਇਆ। ਕਿਉਂਕਿ ਸਾਡੇ ਦੇਸ਼ ਵਿੱਚ ਆਮ ਰਿਵਾਜ਼ ਸੀ, ਜਦੋਂ ਦੇਵੀਆਂ ਨੂੰ ਕੋਈ ਬੱਚੇ ਦੀ ਉਮੀਦਵਾਰੀ ਹੋਵੇ, ਆਮ ਉਹ ਮਾਪਿਆਂ ਦੇ ਘਰ 'ਚ ਭੇਜ ਦਿੰਦੇ ਸੀ। ਉੱਥੇ ਫਿਰ ਕੋਈ ਖੇਚਲ ਘੱਟ ਜਾਂਦੀ ਹੈ, ਥੋੜ੍ਹਾ ਤਵੱਜੋ ਧਿਆਨ ਜ਼ਿਆਦਾ ਹੁੰਦਾ। ਅਤੇ ਸਹੁਰੇ ਘਰ 'ਚ ਕਈ ਵਾਰੀ ਮਜਬੂਰੀ ਵਸ ਵੀ ਕਈ ਕਾਰਜ ਕਰਨੇ ਪੈਂਦੇ ਆ। ਅਤੇ ਆਮ ਅਸੀਂ ਇਹ ਆਪਣੇ ਨੇਤਰਾਂ ਨਾਲ ਵੀ ਇਸ ਤਰ੍ਹਾਂ ਦੇ ਸਾਰੇ ਇਹ ਵਿਚਾਰ ਦੇਖੇ ਆ। ਸੋ ਹੁਣ ਅੱਜ ਜ਼ਮਾਨੇ ਦੀ ਚਾਲ ਕੋਈ ਵੱਖਰੀ ਹੈ।
ਪਰ ਪੁਰਾਣੇ ਬਜ਼ੁਰਗਾਂ ਦੇ ਵਿੱਚ ਐਸੀਆਂ ਕੋਈ ਰੀਤੀਆਂ ਵਗੈਰਾ ਦੇਖਣ ਵਿੱਚ ਪਾਈਆਂ ਜਾਂਦੀਆਂ ਸੀ। ਉੱਥੇ ਬੇਬੇ ਜੀ ਦਾ 1521 ਬਿਕਰਮੀ ਸੰਮਤ ਨੂੰ ਅਵਤਰਨ ਹੋਇਆ। ਗੁਰੂ ਮਹਾਰਾਜ ਤੋਂ ਸੰਸਾਰਕ ਉਮਰ ਵਿੱਚ 5 ਸਾਲ ਵੱਡੇ ਸੀ, ਅਤੇ ਜਿਹੜਾ ਪਰਮਾਰਥੀ ਜੀਵਨ ਆ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਫਿਰ ਆਪੇ ਨਿਰੰਕਾਰ ਹੀ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿਉਂਕਿ ਜਦੋਂ ਵੀ ਕਿਸੇ ਬਾਦਸ਼ਾਹ ਨੇ ਆਉਣਾ ਅਤੇ ਉਹਦਾ ਅਮਲਾ ਫੈਲਾ ਜਿਹੜਾ ਉਹ ਪਹਿਲਾਂ ਹੀ ਸਾਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੰਦਾ ਨਾ। ਫਿਰ ਉਹ ਆਪਣੇ ਢੰਗ ਨਾਲ ਲੋਕਾਂ ਦੇ ਅੰਦਰ ਵਿਸ਼ਵਾਸ, ਸਿਦਕ, ਭਰੋਸਾ ਵੀ ਪੈਦਾ ਕਰਦੇ ਆ ਕਿ ਅੱਜ ਮਹਾਰਾਜਾ ਦੀ ਸਵਾਰੀ ਆ ਰਹੀ ਹੈ, ਕੋਈ ਲੀਡਰ ਆ ਰਿਹਾ, ਕੋਈ ਮੁਖੀ ਆ ਰਿਹਾ, ਜਾਂ ਧਾਰਮਿਕ ਤੌਰ 'ਤੇ ਹੈ, ਸਿਆਸੀ ਜਾਂ ਸਮਾਜਿਕ ਵਿਵਹਾਰਕ ਤੌਰ 'ਤੇ ਅੱਜ ਵੀ ਇਹ ਚੀਜ਼ਾਂ ਚੱਲਦੀਆਂ। ਇਸ ਤਰ੍ਹਾਂ ਜਦੋਂ ਉਹ ਕਰਤੇ ਪੁਰਖ ਦੇ ਅਵਤਾਰ ਆਉਂਦੇ ਆ, ਉਹਨਾਂ ਦਾ ਜਿੰਨਾ ਅਮਲਾ ਫੈਲਾ ਉਹ ਸਾਰਾ ਹੀ ਪਹਿਲਾਂ ਭੇਜ ਦਿੱਤਾ ਜਾਂਦਾ। ਪੂਰੀ ਉਸ ਤਰ੍ਹਾਂ ਦੀ ਵਿਧੀ ਵਿਧਾਨ ਮਰਜ਼ਾਦਾ ਉਹ ਨਿਰੰਕਾਰ ਵੱਲੋਂ ਆਪਣੇ ਆਪ ਹੀ ਹੁੰਦੀ ਜਾਂਦੀ ਹੈ। ਇਹ ਵੀ ਗ੍ਰੰਥਕਾਰ ਦੱਸਦੇ ਆ ਕਿ ਜਿਹੜੇ ਬੀਬੀ ਦੇ ਸਰੀਰ ਦੇ ਮਾਧਿਅਮ ਦੁਆਰਾ ਅਵਤਾਰ ਨੇ ਆਉਣਾ ਹੋਵੇ, ਉਹਨੂੰ 14 ਪ੍ਰਕਾਰ ਦੇ ਸੁਪਨੇ ਆਉਂਦੇ ਆ। ਉਹਨਾਂ ਦੇ ਵਿੱਚ ਉਹ ਬੜੀਆਂ ਵਿਚਿੱਤਰ ਲੀਲਾ ਕੌਤਕਾਂ ਨੂੰ ਦੇਖਦੀ ਹੈ, ਔਰ ਉਹਨੂੰ ਫਿਰ ਬੜੀ ਅੰਦਰੋਂ ਖੁਸ਼ੀ, ਪ੍ਰਸੰਨਤਾ, ਖੇੜਾ, ਬੜਾ ਆਨੰਦ, ਬੜੀ ਸੁਗੰਧੀ, ਬਿਨਾਂ ਕਿਸੇ ਸੁਗੰਧੀ ਵਾਲੇ ਦਰਵ ਤੋਂ ਹਰ ਵੇਲੇ ਵਾਤਾਵਰਨ ਇਉਂ ਕਿ ਜਿਵੇਂ ਉਹਦੇ ਦੁਆਲੇ ਬਹੁਤ ਕੁਦਿਵ ਰੂਹਾਂ ਘੁੰਮਦੀਆਂ ਹੋਣ, ਔਰ ਪ੍ਰਕਾਸ਼ਮਈ ਅਤੇ ਬੜੇ ਸੁਖਦ ਸੁਪਨੇ ਜਿਹੜੇ ਸੁਖਕਾਰੀ ਇਸ ਤਰ੍ਹਾਂ ਦੇ ਉਹ ਦੇਖਦੀ ਹੈ, ਜਿਹਦੇ ਕਾਰਨ ਉਹਨੂੰ ਪ੍ਰਤੀਤ ਹੁੰਦਾ ਕਿ ਆਉਣ ਵਾਲਾ ਜਿਹੜਾ ਕੋਈ ਮਹਾਂਪੁਰਖ ਬੜਾ ਤੇਜਸਵੀ ਹੈ, ਉਹਦੇ ਅੰਦਰ ਬੜੀ ਖੁਸ਼ੀ, ਖੇੜਾ ਹੁੰਦਾ। ਅਤੇ ਆਮ ਜਿਹੜਾ ਹੈ ਉਹਨਾਂ ਦਿਨਾਂ 'ਚ ਬੀਬੀਆਂ ਨੂੰ ਬੜੀ ਤਕਲੀਫ ਵੀ ਹੁੰਦੀ ਹੈ, ਬੈਠਣ ਉੱਠਣ 'ਚ ਖੇਚਲ, ਹਰ ਪ੍ਰਕਾਰ ਕਈ ਤਰ੍ਹਾਂ ਦਾ ਇਹ ਹੈ। ਪਰ ਜਿੱਥੇ ਅਵਤਾਰ ਲੋਕ ਆਉਂਦੇ ਆ ਉਹਨਾਂ ਬਾਰੇ ਇਹ ਮਹਾਂਪੁਰਖਾਂ ਨੇ ਬੜੇ ਸੁੰਦਰ ਜਿਹੜੇ ਉਹ ਵਿਚਾਰ ਦਿੱਤੇ ਹੋਏ ਆ। ਉਹ ਬੇਬੇ ਜੀ ਨੇ ਇਸ ਘਰ ਨੂੰ ਭਾਗਸ਼ਾਲੀ ਬਣਾਇਆ। ਸੋ ਹੁਣ ਕਈਆਂ ਦਾ ਵਿਚਾਰ ਇਹ ਹੈ ਕਿ ਮਹਾਰਾਜ ਦਾ ਜਿਹੜਾ ਅਵਤਰਨ ਆ, ਕਿ ਜਿਵੇਂ ਬੇਬੇ ਜੀ ਦਾ ਅਵਤਰਨ ਨਾਨਕੀ ਹੋਇਆ, ਨਾਨਕੀ ਨਾਂ, ਅਤੇ ਮਹਾਰਾਜ ਦਾ ਨਾਂ ਵੀ ਨਾਨਕਿਆਂ ਕਰਕੇ ਇਸ ਤਰ੍ਹਾਂ ਰੱਖਿਆ ਗਿਆ। ਲੇਕਿਨ ਐਸਾ ਨਹੀਂ, ਕਿਉਂਕਿ ਮਹਾਰਾਜ ਦਾ ਜਿਹੜਾ ਅਵਤਾਰਨ ਆ ਉਹ ਰਾਏ ਭੋਏ ਦੀ ਤਲਵੰਡੀ ਔਰ ਜ਼ਿਲ੍ਹਾ ਸ਼ੋਈਖੂਪੁਰੇ ਵਿੱਚ ਹੋਇਆ। ਧੰਨ ਧੰਨ ਉਹਨਾਂ ਦੇ ਸਤਿਕਾਰਯੋਗ ਪਿਤਾ, ਕਿਉਂਕਿ ਬੇਦੀ ਇਹਨਾਂ ਦੀ ਇੱਕ ਤਖੱਲਸ ਸਮਝ ਲਓ। ਇਹਨਾਂ ਦਾ ਗੋਤ ਜਿਹੜਾ ਉਹ ਅੰਗਰਸ ਹੈ, ਜਾਤੀ ਖੱਤਰੀ ਹੈ, ਔਰ ਇਹਨਾਂ ਦਾ ਜਿਹੜਾ ਤਖੱਲਸ ਹੈ ਉਹ ਜਿਵੇਂ ਸਰਕਾਰ ਵੱਲੋਂ ਕਿਸੇ ਨੂੰ ਕੋਈ ਪਦਵੀ ਮਿਲ ਜਾਂਦੀ ਹੈ, ਅੱਜ ਕੱਲ੍ਹ ਡਿਗਰੀ ਕਹਿੰਦੇ ਆ, ਡਿਪਲੋਮਾ ਕਹਿੰਦੇ,
ਉਹ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਨੂੰ ਮਹਿਤਾ ਜੀ ਦਾ ਖਿਤਾਬ ਮਿਲਿਆ ਸੀ ਸਰਕਾਰ ਵੱਲੋਂ। ਅਤੇ ਜਿਹੜੇ ਪਟਵਾਰੀ ਸੀ ਉਹ ਉਹਨਾਂ ਦਿਨਾਂ 'ਚ ਜਿਸ ਤਰ੍ਹਾਂ ਅੱਜ ਕੱਲ੍ਹ ਮਾਲ ਮੰਤਰੀ ਹੈ, ਇਹ ਬੜੀ ਤਕੜੀ ਪੋਸਟ ਹੁੰਦੀ ਸੀ। ਇਹਨਾਂ ਦੀ ਸੇਵਾ ਸ਼੍ਰੀ ਰਾਏ ਬੁਲਾਰ ਜੀ ਕੋਲ ਸੀ ਅਤੇ ਭਾਈਆ ਜੈ ਰਾਮ ਦੌਲਤ ਖਾਨ ਲੋਧੀ ਅਤੇ ਜਿਹੜੇ ਉਹਨਾਂ ਦੇ ਕੁੜਮ ਬਣੇ ਆ ਮੂਲ ਚੰਦ ਜੀ, ਉਹ ਹਿੱਤਾ ਰੰਧਾਵਾ ਅਜਿੱਤੇ ਰੰਧਾਵੇ ਦਾ ਜਿਹੜਾ ਪਿਤਾ ਪੱਖੋ ਕੇ ਰੰਧਾਵੇ ਬਟਾਲੇ ਦੇ ਇਲਾਕੇ 'ਚ, ਉਹ ਇੱਧਰ ਦੇ ਪਟਵਾਰੀ ਸੀਗੇ। ਇਹ ਹੁਣ ਜਿਹੜੇ ਰਿਸ਼ਤੇ ਵਗੈਰਾ ਵੀ ਹੋਏ ਆ ਉਹ ਇਸ ਤਰ੍ਹਾਂ ਵੱਡੇ ਪੁਰਸ਼ਾਂ ਦੀ ਵਿਚਾਰ ਨਾਲ ਹੀ ਹੋਏ ਆ, ਕਿਉਂਕਿ ਰਾਏ ਬੁਲਾਰ ਜੀ ਅਤੇ ਦੌਲਤ ਖਾਨ ਲੋਧੀ ਇਹਨਾਂ ਦਾ ਕੋਈ ਰਿਸ਼ਤੇਦਾਰੀ ਦਾ ਵੀ ਸੰਬੰਧ ਹੈ। ਇੱਧਰ ਹੁਣ ਰਾਏ ਬੁਲਾਰ ਦੇ ਮਹਿਤਾ ਕਲਿਆਣ ਚੰਦਰ ਜੀ ਪਟਵਾਰੀ ਹੈ, ਅਤੇ ਇੱਧਰ ਭਾਈਆ ਜੈ ਰਾਮ ਜੀ ਆਪਾਂ ਪਿਆਰ ਨਾਲ ਕਹਿ ਦਿੰਦੇ ਹਾਂ, ਕਿਉਂਕਿ ਜਿਹੜਾ ਬੀਬੀ ਦੇ ਘਰ ਵਾਲਾ ਵੀ ਉਹਨੂੰ ਆਮ ਭਾਈਆ ਕਹਿ ਦਿੰਦੇ ਆ। ਸੋ ਇਸ ਵਾਸਤੇ ਇਹ ਉਹਨਾਂ ਦੀ ਵਿਚਾਰ ਨਾਲ ਬੇਬੇ ਜੀ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਵਿਖੇ ਪਲਤੇ ਗੋਤ ਦਾ ਜੋ ਖੱਤਰੀ, ਉਹਦਾ ਸਪੁੱਤਰ ਭਾਈਆ ਜੈ ਰਾਮ, ਉਹਨਾਂ ਨਾਲ ਹੋਇਆ। ਅਤੇ ਹੁਣ ਮਹਾਰਾਜ ਦੀ ਜਿਹੜੀ ਬਾਲ ਲੀਲਾ, ਕਿਉਂਕਿ ਪਾਤਸ਼ਾਹ ਦਾ ਅਵਤਰਨ ਹੋਇਆ 1526 ਬਿਕਰਮੀ ਸੰਮਤ ਕੱਤਕ ਦੀ ਪੁੰਨਿਆ ਵਾਲੇ ਦਿਨ, ਈਸਵੀ 1469 ਆ। ਹੁਣ ਸਰੀਰਕ ਉਮਰ ਜਿਹੜੀ ਉਹ ਬੇਬੇ ਜੀ ਦੀ 5 ਸਾਲ ਮਹਾਰਾਜ ਤੋਂ ਵੱਡੇ ਹੈ। ਅਤੇ ਬੇਬੇ ਜੀ ਜਿਵੇਂ ਹੁਣੇ ਬਾਬਾ ਜੀ ਨੇ ਦੱਸਿਆ ਹੀ ਹੈ, ਇਹ ਭੈਣ ਨੂੰ ਇਹ ਬੜੀ ਇੱਛਾ ਹੁੰਦੀ ਮੇਰਾ ਕੋਈ ਵੀਰ ਹੋਵੇ। ਅੱਜ ਕੱਲ੍ਹ ਵੀ ਆ ਜਾਈਦਾ ਸੰਗਤ 'ਚ, ਕਈ ਉਹ ਕੰਨਿਆਂ ਨੂੰ ਮੋਹਰੇ ਕਰ ਦਿੰਦੇ ਆ, ਉਹ ਬੱਚੀਆਂ ਆ ਕੇ ਹੱਥ ਫੜ ਲੈਣਗੀਆਂ, ਬਾਬਾ ਸਾਨੂੰ ਵੀਰ ਦਿਓ, ਗੱਜ ਕੇ ਬੋਲੋ। ਮਤਲਬ ਭੈਣਾਂ ਨੂੰ ਵੀ ਇਹ ਬੜੀ ਇੱਛਾ ਹੁੰਦੀ ਹੈ ਕਿ ਸਾਡਾ ਕੋਈ ਭਰਾ ਹੋਵੇ। ਸੋ ਇਹ ਸਮੇਂ ਦੇ ਨਾਲ ਮਹਾਰਾਜ ਦਾ ਅਵਤਰਨ ਹੋਇਆ, ਅਤੇ ਬੀਬੀ ਜੀ ਨੇ ਉਹਨਾਂ ਦੇ ਜਨਮ ਸਮੇਂ ਦਰਸ਼ਨ ਅਤੇ ਲੋਰੀਆਂ ਦਿੱਤੀਆਂ, ਗੋਦੀ 'ਚ ਖੜਾਇਆ ਅਤੇ ਜਲ ਪਾਣੀ ਛਕਾਏ। ਭਾਵ ਜੋ ਵੀ ਭੈਣਾਂ ਦਾ ਫਰਜ਼ ਆ ਉਹ ਪੂਰਾ ਉਹਨਾਂ ਨੇ ਨਿਭਾਇਆ, ਕਿਉਂਕਿ ਵੱਡੀ ਭੈਣ ਹੋਵੇ ਉਹ ਮਾਤਾ ਦੇ ਨਾਲ ਫਿਰ ਪੂਰਾ ਸੇਵਾ ਸੰਭਾਲ ਦਾ ਸਹਿਯੋਗ ਹਰ ਤਰ੍ਹਾਂ ਹੀ ਕਰਦੀ ਹੈ। ਸਾਡੇ ਤਾਂ ਲੜਕੀਆਂ ਬਹੁਤ ਕੰਮ ਕਰਦੀਆਂ ਮਾਪਿਆਂ ਦੇ ਘਰ 'ਚ। ਸੋ ਇਸ ਵਾਸਤੇ ਉੱਧਰ ਦੌਲਤਾਂ ਦਾਈ ਹੈ। ਅਤੇ ਜਦੋਂ ਅਵਤਰਨ ਹੋਇਆ ਅਤੇ ਇਹਨਾਂ ਦੀ ਕੁਲ ਦੇ ਪ੍ਰੋਤ ਸੀ ਪੰਡਿਤ ਹਰਦਿਆਲ ਜੀ, ਬੜੇ ਮਹਾਂਪੁਰਖ ਕਮਾਈ ਵਾਲੇ ਸੀਗੇ ਅਤੇ ਵਿਦਵਾਨ ਵੀ ਸੀਗੇ। ਮਹਿਤਾ ਸਾਹਿਬ ਨੂੰ ਖਬਰ ਗਈ, ਉਹਨਾਂ ਨੇ ਆਪਣੇ ਕੁਲ ਦੇ ਪ੍ਰੋਤ ਨੂੰ ਬੇਨਤੀ ਕੀਤੀ, ਜਿਵੇਂ ਅੱਜ ਅਸੀਂ ਆਪਣੇ ਗ੍ਰੰਥੀ ਸਿੰਘ ਨੂੰ ਸਾਰੀ ਕਿਰਿਆ ਦੱਸਦੇ ਹਾਂ, ਉਹ ਫਿਰ ਅਰਦਾਸ ਬੇਨਤੀ ਵਗੈਰਾ ਕਰਦੇ ਆ। ਉੱਧਰ ਇਸ ਤਰ੍ਹਾਂ ਹੈ। ਪੰਡਿਤ ਜੀ ਫਿਰ ਕਹਿਣ ਲੱਗੇ ਪਏ ਮੈਨੂੰ ਉਸ ਬਾਲਕ ਦੇ ਦਰਸ਼ਨ ਪਹਿਲਾਂ ਕਰਾਓ, ਫਿਰ ਮੈਂ ਸਾਰੀ ਕਿਰਿਆ ਕਰਾਵਾਂਗਾ। ਜਨਮ ਕੁੰਡਲੀ ਆ ਜਾਂ ਜਨਮ ਪੱਤਰ ਆ ਜਾਂ ਟੇਵਾ ਸ਼ੇਵਾ ਕਹਿ ਦਿੰਦੇ ਆ। ਉਹ ਫਿਰ ਉਹਨੇ ਦਰਸ਼ਨ ਦੀਦਾਰ ਕੀਤੇ ਅਤੇ ਕੁਝ ਕਿਰਿਆ ਜਨਮ ਸਮੇਂ, ਅੱਜ ਕੱਲ੍ਹ ਨਰਸਾਂ ਉਦੋਂ ਦਾਈਆਂ ਹੁੰਦੀਆਂ ਸੀ, ਦੌਲਤਾਂ ਦਾਈ ਸੀ।
ਉਹ ਤੋਂ ਸਾਰਾ ਮੌਕੇ ਮੁਤਾਬਕ ਅਵਤਰਨ ਸਮੇਂ ਜਿਸ ਤਰ੍ਹਾਂ ਲੀਲਾ ਹੋਈ, ਵੀ ਬੱਚਾ ਰੋਂਦਾ ਸੀ, ਹੱਸਦਾ ਸੀ, ਕਿਸ ਤਰ੍ਹਾਂ ਦੀ ਕਿਰਿਆ, ਆਮ ਤਾਂ ਰੋਣੇ ਦਾ ਹੁੰਦਾ। ਉਹਨੇ ਇਹੀ ਦੱਸਿਆ ਸੀ ਕਿ ਮੇਰੇ ਹੱਥਾਂ ਵਿੱਚ ਬਹੁਤ ਸਾਰੇ ਬੱਚਿਆਂ ਦੇ ਜਨਮ ਹੋਏ ਹੈ। ਉਹ ਆਮ ਰੋਂਦੇ ਹੈ, ਮਾਤਾ ਨੂੰ ਵੀ ਪ੍ਰਸੂਤ ਪੀੜਾ ਦੀ ਤਕਲੀਫ ਹੁੰਦੀ ਹੈ, ਅਤੇ ਮਾਤਾ ਵੀ ਸੁਖਦ ਅਤੇ ਹੱਸਦਿਆਂ ਅਤੇ ਇਉਂ ਵੀ ਬੜੀ ਸੁਗੰਧੀ, ਵੀ ਜਿਵੇਂ ਕੋਈ ਬਹੁਤ ਦਿਵ ਰੂਹਾਂ, ਕੋਈ ਸੁਗੰਧੀ ਵਾਲਾ ਦਰਵ ਛਿੜਕ ਰਹੀਆਂ, ਇਸ ਤਰ੍ਹਾਂ ਮਲੂਮ ਹੋਇਆ। ਇਹ ਉਹਨਾਂ ਨੇ ਮਸਤਕ ਦੀਆਂ, ਹੱਥਾਂ ਦੀਆਂ, ਪੇਟ ਦੀਆਂ, ਚਰਨਾਂ ਦੀਆਂ ਰੇਖਾ ਵਗੈਰਾ ਦੇਖੀਆਂ। ਫਿਰ ਮਹਿਤਾ ਸਾਹਿਬ ਨੂੰ ਕਹਿਣ ਲੱਗੇ ਵੀ ਇੰਨੀ ਜਲਦੀ ਨਹੀਂ, ਮੈਂ ਆਪਣਾ ਸਮੁੰਦਰੀ ਜਿਹੜਾ ਸ਼ਾਸਤਰ ਜੋਤਿਸ਼ ਦਾ ਨਾ ਪੂਰਾ ਬਾਚ ਕੇ ਫਿਰ ਇਹਨਾਂ ਦੀ ਜਨਮ ਕੁੰਡਲੀ ਜਾਂ ਟੇਵਾ ਜਾਂ ਜਨਮ ਪੱਤਰਾ ਬਣਾਵਾਂਗਾ, ਇੱਕਦਮ ਨਹੀਂ। ਫਿਰ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਉਹ ਸਾਰਾ ਤਿਆਰ ਕੀਤਾ। ਫਿਰ ਨਾਮਕਰਨ ਵਾਸਤੇ ਉਹ ਕਹਿੰਦੇ ਇਹ ਵੀ ਸੋਚ ਕੇ ਰੱਖਾਂਗਾ। ਫਿਰ ਜਦੋਂ ਨਾਮ ਰੱਖਿਆ ਗਿਆ, ਫਿਰ ਉਹ ਕਹਿਣ ਲੱਗੇ ਨਾ ਇਹ ਹਿੰਦੂਆਂ ਵਾਲਾ ਨਾ ਮੁਸਲਮਾਨਾਂ ਵਾਲਾ। ਕਹਿਣ ਲੱਗੇ ਭਾਈ ਇਹ ਜਿਹੜਾ ਜਿਵੇਂ ਭਾਈ ਸੰਤੋਖ ਸਿੰਘ ਨੇ ਲਿਖਿਆ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ, ਜਿਹਦੇ 'ਚ ਨੰਨਾ ਸ਼ਬਦ ਨਿਸ਼ੇਧ ਦਾ ਵਾਚਕ ਅਤੇ ਕੰਨਾ ਬਣ ਗਿਆ ਅਨਕ, ਨਾ ਅਨਕ, ਜਿਹਦੇ 'ਚ ਅਨੇਕਤਾ ਨਹੀਂ ਏਕਤਾ ਹੈ, ਉਹਦਾ ਨਾਮ ਨਾਨਕ ਆ। ਅਨਕੰਗ ਨਾ ਵਿਦਿਆ ਤਸਿਆ ਨਾਨਕਾ। ਇਸ ਤਰ੍ਹਾਂ ਵੀ ਗ੍ਰੰਥਕਾਰਾਂ ਦੇ ਵਿਚਾਰ ਹੈ, ਜਿਹਦੇ 'ਚ ਅਨੇਕ ਪੁਣਾ ਨਹੀਂ ਏਕਤਾ, ਸਮਦਰਸ਼ੀ, ਸੰਭਾਵ, ਸਾਰਿਆਂ ਦਾ ਸਾਂਝਾ, ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ। ਇਸ ਵਾਸਤੇ ਐਸਾ ਹੈ। ਸੋ ਬਾਕੀ ਹੁਣ ਬੇਬੇ ਜੀ ਨੇ ਉਹਨਾਂ ਦੀ ਮੁੱਢਲੀ ਆਪਣੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਨਾਲ ਪੂਰੀ ਇਸ਼ਨਾਨ ਕਰਾਉਣਾ, ਬਸਤਰ ਪਹਿਨਾਉਣੇ ਅਤੇ ਛਕਣ ਛਕਾਉਣ ਦੀ ਜੋ ਵੀ ਕਿਰਿਆ, ਗੋਦੀ ਖਿਡਾਉਣਾ, ਲਾਡ ਪਿਆਰ ਜੋ ਭੈਣਾਂ ਦਾ ਭਰਾਵਾਂ ਨਾਲ ਹੁੰਦਾ ਉਹ ਹੋਇਆ। ਕਿਉਂਕਿ ਮਾਨਸੀ ਲੀਲਾ ਜੋ ਕਰ ਰਹੇ, ਅਤੇ ਜਦੋਂ ਫਿਰ ਮਹਾਰਾਜ ਦੇ ਹੱਥ ਕੋਈ ਗਹਿਣਾ ਆਇਆ, ਬਸਤਰ ਆਇਆ, ਬਰਤਨ ਆਇਆ, ਗਰੀਬ ਗੁਰਵੇ ਨੂੰ ਵੰਡਦੇ ਰਹੇ। ਪੜ੍ਹਨ ਸਮੇਂ ਵੀ ਬੇਬੇ ਜੀ ਦਾ ਬੜਾ ਸਹਿਯੋਗ ਹੈ। ਅਤੇ ਜਦੋਂ ਪਿਤਾ ਜੀ ਵੱਲੋਂ ਜਾਂ ਮਾਤਾ ਵੱਲੋਂ ਗਹਿਣਾ ਕਿੱਥੇ ਹੈ, ਬਰਤਨ ਕਿੱਥੇ ਹੈ, ਬਸਤਰ ਕਿੱਥੇ ਹੈ, ਅਤੇ ਜਿਵੇਂ ਮਾਤਾ ਪਿਤਾ ਵੱਲੋਂ ਫਿਰ ਕੋਈ ਇਹੋ ਜਿਹੀ ਕਿਰਿਆ ਹੋਵੇ ਅਤੇ ਘੂਰ ਵਗੈਰਾ ਵੀ ਹੁੰਦੀ ਹੈ। ਉਸ ਵੇਲੇ ਬੇਬੇ ਜੀ ਹਰ ਪੱਖ ਵਿੱਚ ਦਰਮਿਆਨ ਵਿੱਚ ਖੜ੍ਹ ਜਾਂਦੇ ਸੀ, ਅਤੇ ਮੇਰਾ ਲਾਡਲਾ ਵੀਰ ਆ, ਇਹਨਾਂ ਨੂੰ ਤੁਸੀਂ ਕੋਈ ਵਾਧੂ ਘਾਟੂ ਵਚਨ ਨਹੀਂ ਕਰਨਾ। ਹਰ ਵੇਲੇ ਪਕਸ਼ ਵਿੱਚ ਉਹਨਾਂ ਨੂੰ ਮਹਾਰਾਜ ਨੇ ਐਸੀ ਜਨਮਾਂਤਰ ਤੋਂ ਸੋਝੀ ਬਖਸ਼ੀ। ਫਿਰ ਜਦੋਂ ਉਹ 20 ਰੁਪਏ ਸੱਚੇ ਸੌਦੇ ਲਈ ਦਿੱਤੇ ਹੈ, ਅਤੇ ਮਹਾਰਾਜ ਫਿਰ ਉਹ ਸਾਧੂਆਂ ਨੂੰ ਲੰਗਰ ਵਗੈਰਾ ਛਕਾਇਆ ਸੀ। ਉਸ ਵੇਲੇ ਇਤਿਹਾਸ ਵਿੱਚ ਤਾਂ ਬਚਨ ਥੋੜ੍ਹੇ ਸਖਤ ਹੀ ਆਉਂਦੇ ਆ, ਕਿ ਜਿਵੇਂ ਪਿਤਾ ਬੱਚਿਆਂ ਨਾਲ ਕਰਦੇ ਹੀ ਹੈ, ਅਤੇ ਉਸ ਵੇਲੇ ਵੀ ਬੇਬੇ ਜੀ ਨੇ ਵਿੱਚ ਪੈ ਕੇ ਪਿਤਾ ਜੀ ਨੂੰ ਉਸ ਗੱਲ ਤੋਂ ਰੋਕਿਆ ਸੀ। ਕਵੀਆਂ ਨੇ ਤਾਂ ਕਵਿਤਾ ਵੀ ਬਣਾਈਆਂ ਨਾ, ਵੀਰ ਨੂੰ ਨਾ ਮਾਰ ਬਾਬਲਾ। ਸੋ ਇਸ ਵਾਸਤੇ ਕਿ ਅਤੇ ਰਾਏ ਬਲਾਰ ਸਾਹਿਬ ਦੇ ਵੀ ਬਚਨ ਹੈ, ਵੀ ਜਿਹੜਾ ਖਰਚਾ ਮੇਰੇ ਤੋਂ ਲੈ ਲਿਆ ਕਰੋ, ਇਹਨਾਂ ਨੂੰ ਨਹੀਂ ਕਹਿਣਾ ਕੁਛ, ਇਹ ਤਾਂ ਖੁਦਾ ਦਾ ਹੀ ਸਰੂਪ ਹੈ। ਕਿਉਂਕਿ ਮਹਾਰਾਜ ਤੇ ਆਪ ਸੀਗੇ, ਪਰ ਸਾਡੀ ਬੁੱਧੀ 'ਤੇ
ਕੋਈ ਮਾਇਕੀ ਪੜਦਾ ਹੁੰਦਾ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼, ਬਾਕੀਆਂ ਦੇ ਤਾਂ ਜਨਮ ਹੁੰਦੇ ਨੇ, ਜਨਮ ਮਰਨ ਤੇ ਰਹਿਤ ਨਾਰਾਇਣ, ਉਹਨਾਂ ਦਾ ਜਨਮ ਨਹੀਂ ਨਾ ਹੁੰਦਾ। ਫਿਰ ਦੌਲਤਾਂ ਦਾਈ ਦੁਆਰਾ ਵੀ ਇਹ ਪ੍ਰਕਾਸ਼ ਦੀ ਕਿਰਿਆ, ਇਹ ਪੰਡਤ ਹਰਦਿਆਲ ਦੁਆਰਾ ਵੀ ਸਾਰਾ ਪੇ ਤਾਂ ਕੋਈ ਦੈਵੀ ਸ਼ਕਤੀ ਆਈ ਹੈ। ਫਿਰ ਨਾਮ ਰੱਖਣ ਬਾਰੇ ਵੀ ਇਹ ਵਿਦਿਆ ਵਾਸਤੇ ਸੰਸਕ੍ਰਿਤ, ਹਿੰਦੀ ਜਾਂ ਗੁਰਮੁਖੀ ਵਗੈਰਾ, ਜਾਂ ਲੰਡੇ ਪੜ੍ਹਦੇ ਸੀ ਹਿਸਾਬ ਕਿਤਾਬ ਲਈ ਦੁਕਾਨਦਾਰ ਲੋਕ, ਫਿਰ ਉਹ ਮੌਲਵੀ ਵਗੈਰਾ, ਫਿਰ ਹਰਦਾਸ ਵੈਦ, ਫਿਰ ਆਪਣੇ ਸਰਪ ਦੀ ਛਾਇਆ ਰਾਏ ਬਲਾਰ ਨੇ ਦੇਖਣੀ, ਭਈ ਕਿਸ ਤਰ੍ਹਾਂ ਚਿਹਰੇ 'ਤੇ ਦਰੱਖਤ ਦਾ ਪਰਛਾਵਾਂ ਢਲਣਾ। ਉਹ ਜਨੇਊ ਪਾਉਣ ਵੇਲੇ ਫੇਰ ਕਿਰਪਾ ਕੀਤੀ ਵੀ ਜਨੇਊ ਕਿਹੜਾ, ਦਇਆ ਕ੍ਰਿਪਾ ਸੰਤੋਖ ਜਤ ਗੰਢੀ ਸਤ ਵਟ। ਫਿਰ ਜਿਹੜਾ ਸੱਚਾ ਸੌਦਾ, ਕਿਹੜਾ ਬੰਦਗੀ ਵਾਲਿਆਂ ਨੂੰ ਜਿਹੜਾ ਭੋਜਨ ਛਕਾਉਣਾ, ਇਹਨੂੰ ਮਹਾਰਾਜ ਨੇ ਸੱਚਾ ਸੌਦਾ ਜਾਂ ਖਰਾ ਸੌਦਾ ਕਿਹਾ। ਇਹਦੇ ਲਈ ਦੇਖ ਲਓ ਉਹਨਾਂ ਨੇ ਆਪਣੇ ਪਿਤਾ ਤੋਂ ਚਪੇੜਾਂ ਵੀ ਖਾਧੀਆਂ, ਅਤੇ ਉਸ ਵੇਲੇ ਬੇਬੇ ਜੀ ਨੇ ਹੱਥ ਫੜੇ ਸੀ। ਸੋ ਇਸ ਵਾਸਤੇ ਫਿਰ ਮੋਦੀਖਾਨੇ ਦੀ ਜਿਹੜੀ ਕਿਰਤ ਆ, ਇਹ ਰਾਏ ਬਲਾਰ ਜੀ ਦੌਲਤ ਖਾਨ ਲੋਧੀ ਨਾਲ ਵਿਚਾਰ ਕਰਕੇ, ਭਾਈਆ ਜੀ ਨਾਲ ਵਿਚਾਰ ਕੀਤੀ, ਉਹਨੇ ਬੇਬੇ ਜੀ ਨਾਲ ਵਿਚਾਰ ਕੀਤੀ ਵੀ ਪਿਤਾ ਸ਼੍ਰੀ ਨੂੰ ਰੋਜ਼ ਕਲੇਸ਼ ਰਹਿੰਦਾ, ਜੇ ਮੱਝਾਂ ਗਾਈਆਂ ਚਾਰਨ ਗਏ ਜਾਂ ਪੜ੍ਹਨ ਪੜ੍ਹਾਉਣ ਵਾਲਾ ਜਾਂ ਉਹਨਾਂ ਦਾ ਆਪਣਾ ਹੋਰ ਢੰਗ ਰੰਗ, ਵੀ ਕਿਉਂ ਨਾ ਇੱਥੇ ਆਪਣੇ ਕੋਲ ਲੈ ਆਈਏ। ਬੇਬੇ ਜੀ ਦੇ ਨਾਲ ਹੀ ਵਿਚਾਰ ਕਰਕੇ ਇਹ ਮੋਦੀਖਾਨੇ ਦੀ ਜਿਹੜੀ ਕਿਰਤ ਆ, ਇਹ ਮਹਾਰਾਜ ਨੂੰ ਸੰਭਾਲੀ ਗਈ ਆ। ਇਹਦੇ 'ਚ ਮਹਾਰਾਜ ਸਰਕਾਰ ਦੇ ਨੌਕਰ ਨਹੀਂ ਸੀ, ਮੁਲਾਜ਼ਮ ਨਹੀਂ ਸੀ, ਉਹ ਅਨਾਜ ਜਿਹੜਾ ਸੀ ਉਹ ਵੰਡਦੇ ਸੀ। ਉਹਦਾ ਮਹਾਰਾਜ ਨੂੰ ਜਿੰਨਾ ਪ੍ਰੋਫਿਟ ਹੁੰਦਾ ਸੀ ਉਹ ਮਿਲਦਾ ਸੀ, ਯਾਨੀ ਕਿਰਤ ਵੀ ਸੀ ਹੈ ਸੁਤੰਤਰ। ਉਹਦੇ ਉਹ 3 ਹਿੱਸੇ ਕਰਦੇ ਸੀ। ਪਹਿਲਾ ਨੰਬਰ ਸਾਧੂ ਸੰਤਾਂ ਲਈ, ਦੂਜਾ ਗਰੀਬ ਗੁਰਵੇ, ਤੀਸਰਾ ਆਪਣਾ। ਹੁਣ ਉਹ ਆਪਣੀ ਜਿਹੜਾ ਲਾਭ ਸੀ ਉਹਦੇ 3 ਹਿੱਸੇ ਵੰਡਦੇ। ਆਮ ਲੋਕਾਂ 'ਚ ਇਹ ਸੀ ਵੀ ਸਰਕਾਰ ਦਾ ਹੀ ਉਡਾਈ ਜਾਂਦੇ ਆ, ਅਤੇ ਹੁਣ ਜਿਹੜਾ ਵੀ ਅੱਜ ਤੁਸੀਂ ਕਰਕੇ ਦਿਓ ਲਓ ਪੁੰਨ ਤੁਹਾਡਾ ਵੀ ਜਸ ਹੋਏਗਾ। ਅਤੇ ਮਹਾਰਾਜ ਆਪਸ ਬਰਕਤਾਂ ਬਖਸ਼ਣ ਵਾਲੇ। ਫਿਰ ਉਹਦੇ ਵਿੱਚ ਵੀ 3 ਵਾਰੀ ਲੇਖਾ ਵਾਧੂ ਨਿਕਲਿਆ। ਹੁਣ ਜਿਸ ਵੇਲੇ ਉਹ ਮਹਾਰਾਜ ਇਸ਼ਨਾਨ ਵਾਸਤੇ ਗਏ ਆ, ਤੀਸਰੀ ਵਾਰੀ ਲੇਖੇ ਤੋਂ ਪਹਿਲਾਂ, ਅਤੇ ਭਾਈ ਭਗੀਰਥ ਜੀ ਵਸਤਰ ਲੈ ਕੇ ਖਲੋਤੇ ਆ ਸੇਵਾ 'ਚ, ਅਤੇ ਮਹਾਰਾਜ 3 ਦਿਨ ਗੁਪਤ ਰਹੇ। ਉਦੋਂ ਫਿਰ ਲੋਕਾਂ ਨੇ ਬਹੁਤ ਕੁਛ ਬੋਲਿਆ, ਲਓ ਜੀ ਪਹਿਲਾਂ ਲਟਾਈ ਗਿਆ, ਹੁਣ ਡੁੱਬ ਕੇ ਮਰ ਗਿਆ, ਫਲਾਨਾ ਥੋੜ੍ਹਾ ਕੁਛ ਕੀਤਾ। ਉਸ ਵੇਲੇ ਸਾਰਿਆਂ ਦਾ ਸਿਦਕ ਹਿੱਲ ਗਿਆ। ਭਾਈ ਜੈ ਰਾਮ ਜੀ, ਲੋਕ ਕਹਿਣ ਵੀ ਹੁਣ ਤੂੰ ਹੀ ਦਵਾਇਆ ਸੀ, ਇਹ ਤੈਨੂੰ ਹਿਸਾਬ ਦੇਣਾ ਪੈਣਾ, ਮੁਗਲਾਂ ਦਾ ਰਾਜ ਆ, ਪਠਾਣਾਂ ਦਾ। ਉਹ ਤਾਂ ਵਿਚਾਰੇ ਪਏ ਸੀ ਵੀ ਹੁਣ ਕਿਵੇਂ ਹੋਵੇ। ਅਤੇ ਬੇਬੇ ਜੀ ਕਹਿੰਦੇ ਪਤੀ ਦੇਵ ਕਿਉਂ ਘਬਰਾਉਂਦੇ ਆ, ਇਹ ਤਾਂ ਕੌਤਕ ਆ, ਆਏ ਖੜਿਆ ਉਹ। ਅਤੇ ਤੀਏ ਦਿਨ ਜਿਹੜੇ ਸੱਚਖੰਡ ਤੋਂ ਮੂਲ ਮੰਤਰ ਲੈ ਕੇ ਆਏ ਸੰਤ ਘਾਟ, ਫਿਰ ਦੱਸਿਆ ਜਸੂਸਾਂ ਨੇ ਪਹਿਲਾਂ ਤਾਂ ਬੜਾ ਜਾਲ ਜੋਲ ਲਾਏ, ਕਿਤੇ ਮਿਲੇ ਚੋਬੇ ਬੇੜੇ ਬੇੜੀਆਂ ਵਾਲੇ। ਉਹ ਹੁਣ ਜਿੱਧਰ ਪਾਣੀ ਜਾਂਦਾ ਉਹ ਤਾਂ ਇਹ ਉੱਥੇ ਬੈਠੇ 1.5 ਮੀਲ ਸ਼ਮਸ਼ਾਨ ਘਾਟ ਦੇ ਨੇੜੇ। ਉੱਥੇ ਵੀ ਬੇਰੀ ਦਾ ਬ੍ਰਿਕਸ਼ ਹੈਗਾ ਸੀ, ਪਰ ਅਸੀਂ ਪੁਰਾਣੀਆਂ ਚੀਜ਼ਾਂ ਲੋਪ ਕਰੀ ਜਾਂਦੇ ਹਾਂ। ਸੋ ਫਿਰ ਮਹਾਰਾਜ ਨੂੰ
ਸੁਨੇਹਾ ਭੇਜਿਆ ਗਿਆ ਅਤੇ ਹਿਸਾਬ ਕਿਤਾਬ ਹੋਇਆ। ਉਹ ਕੋਠੜੀ ਸਾਹਿਬ ਜਗ੍ਹਾ ਕਿ 3 ਦਿਨ ਵੀ ਵੱਡੀ ਜਾਂ ਸਿਫਾਰਿਸ਼ਾਂ ਨਾ ਨਿਕਲ ਜਾਣ। ਯਾਦਵ ਰਾਏ ਸੀ ਅਤੇ ਭਵਾਨੀ ਦਾਸ, ਇਹ 2 ਸੀ। ਅਤੇ ਉਹ ਵਾਧਾ ਨਿਕਲਿਆ। ਫਿਰ ਕਹਿਣ ਲੱਗੇ ਵੀ ਦੌਲਤ ਖਾਂ ਵੀ ਮੋਦੀ ਤੂੰ ਠੀਕ ਆ, ਇਹ ਚੁਗਲੀਆਂ ਕਰਦੇ। ਅਤੇ ਫਿਰ ਵੀ ਕਿਰਤ ਸੰਭੋ। ਕਹਿੰਦੇ ਨਹੀਂ ਹੁਣ ਤਾਂ ਜੋ ਹੁਕਮ ਆ ਕਰਤੇ ਦਾ। ਕਹਿੰਦੇ ਹੁਣ ਕੀ ਬੰਦਗੀ? ਕਹਿੰਦੇ ਫਿਰ ਨਵਾਜ਼ ਦਾ ਟਾਈਮ ਹੈ ਜੀ। ਉਸ ਲਈ ਮਹਾਰਾਜ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ ਹੈ ਰਾਮ ਕੇ ਪਿੰਡ ਪ੍ਰਾਣ। ਕਹਿੰਦੇ ਜੇ ਫਿਰ ਨਹੀਂ ਅਤੇ ਤੁਸੀਂ ਹਿੰਦੂ ਨਹੀਂ ਮੁਸਲਮਾਨ ਨਹੀਂ ਅਤੇ ਫਿਰ ਆ ਜਾਓ ਫਿਰ ਨਵਾਜ਼। ਉਸ ਵੇਲੇ ਫਿਰ ਜੋ ਕੁਝ ਹੋਇਆ ਨਾ, ਬਹੁਤ ਤਮਾਸ਼ਾ ਲੱਗ ਗਿਆ। ਅੱਜ ਹੀ ਨਹੀਂ ਨਾਨਕ ਨੂੰ ਮੁਸਲਮਾਨ ਬਣਾ ਲੈਣਾ। ਉਸ ਵੇਲੇ ਭਾਈਆ ਜੀ ਨੂੰ ਫਿਰ ਬੜਾ ਹੋਇਆ ਵੀ ਪਿਤਾ ਮਾਤਾ ਦਾ ਅਲਾਮਾ ਆਊਗਾ, ਤੂੰ ਹੀ ਲੱਗਿਆ ਸੀ, ਇਹ ਕੀ ਹੋਇਆ? ਉਹ ਤਾਂ ਵਿਚਾਰੇ ਸੋਚਾਂ 'ਚ ਡੁੱਬੇ ਪਏ। ਪਰ ਬੇਬੇ ਜੀ ਦਾ ਸਿਦਕ ਕਾਇਮ ਰਿਹਾ। ਕਹਿਣ ਲੱਗੇ ਪਤੀ ਦੇਵ ਘਬਰਾਓ ਨਾ, ਕੌਤਕ ਆ। ਉਦੋਂ ਫਿਰ ਨਿੱਧਾ ਇਹਨਾਂ ਦਾ ਵਿਰੋਧ ਸੀ। ਭੇਜਿਆ ਉਹ ਭੀੜ ਚੀਰ ਕੇ ਆਇਆ। ਉਹ ਸਾਖੀ ਤੁਸੀਂ ਬਹੁਤ ਵਾਰੀ ਸੁਣ ਚੁੱਕੇ ਆ ਕਿ ਜਿਸ ਤਰ੍ਹਾਂ ਉਹ ਕੌਤਕ ਹੋਇਆ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਦੀ ਲੀਲਾ ਫੇਰਾ ਬੇਬੇ ਜੀ ਅਤੇ ਮਾਤਾ ਚੰਦੋ ਰਾਣੀ ਜਿਹੜੀ ਮਹਾਰਾਜ ਸੱਸ ਆਈ ਅਤੇ ਸਹੁਰਾ ਬਾਬਾ ਮੂਲ ਚੰਦ ਜੀ ਅਤੇ ਸਾਨੂੰ ਕਿੱਥੇ ਡੋਬਿਆ। ਅਤੇ ਸਾਨੂੰ ਦੀਦਾ ਅਸੀਂ ਪਹਿਲਾਂ ਸਾਧਾਂ ਫਕੀਰਾਂ ਨਾਲ ਘੁੰਮਦੇ, ਇਹ ਕੁਝ ਹੋਣਾ ਹੀ ਆ। ਉਹ ਫਿਰ ਆਪਣਾ ਪੰਡਤ ਵੀ ਲਿਆਇਆ ਸੀ, ਇੱਧਰ ਮੌਲਵੀ ਵੀ ਕੋਈ ਸਾਇਆ ਸੋਇਆ ਹੋਇਆ। ਅਤੇ ਉਹ ਫਿਰ ਪੰਡਤ ਨੂੰ ਸ਼ਾਮੇ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਨਾ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਉਹ ਛਾਮਾ ਬਾਹਮਣ ਇਹਦਾ ਮੂਲ ਚੰਦ ਦਾ ਪੁਰੋਹਿਤ ਸੀ। ਉਹਦਾ ਭਰਮ ਕੱਢਿਆ ਅਤੇ ਇੱਧਰ ਮੌਲਵੀ ਆਏ ਸੀ। ਉਹ ਫਿਰ ਉਹ ਪਲੀਤਾ ਜਿਹਾ ਤੋਂ ਖਾ ਕੇ ਦਿੰਦੇ ਨਾ ਧੂੰਆਂ ਜਿਹਾ ਨੱਕ ਨੂੰ, ਵੀ ਕੋਈ ਛਾਇਆ ਉਹ ਤਾਂ ਦੌੜ ਦੜ ਜਾਏਗੀ ਤਵੀਤ ਜਿਹਾ। ਉੱਥੇ ਵੀ ਮਾਰੇ ਬੋਲ ਪਿਆ ਨਾ ਕਿ ਤ੍ਰਿਗ ਤਿਨਾ ਕਾ ਜੀਵਿਆ ਜੋ ਲਿਖ ਵੇਚਿਆ ਨਾਓ, ਖੇਤੀ ਜਨ ਕੀ ਜਿਹੜੀ ਖਲਵਾੜੇ ਨਹੀਂ ਥਾਓ। ਇਸ ਵਾਸਤੇ ਫਿਰ ਜਦੋਂ ਮਾਤਾ ਚੰਦੋ ਰਾਣੀ ਆਈ ਅਤੇ ਮਹਾਰਾਜ ਦੇ ਘਰੋਂ ਮਾਤਾ ਸੁਲੱਖਣੀ ਜੀ ਪਹਿਲਾਂ ਉਹਨਾਂ ਦਾ ਚੋਣੀ ਹੈ, ਕਿਉਂਕਿ ਸੰਮਤ 1544 ਵਿੱਚ ਮਹਾਰਾਜ ਦੀ ਕੁੜਮਾਈ ਹੋਈ ਹੈ ਔਰ 1545 ਹਾਂਜੀ ਬਿਕਰਮੀ ਅਤੇ ਮਹਾਰਾਜ ਸ਼ਾਦੀ ਹੋਈ ਹੈ। ਔਰ ਫਿਰ ਬੇਬੇ ਜੀ ਨੂੰ ਹੁਣੇ ਬਾਬਾ ਜੀ ਨੇ ਦੱਸਿਆ ਸੀ ਕਿ ਜਦੋਂ ਮਾਤਾ ਆਈ ਚੰਦੋ ਰਾਣੀ, ਮਾਤਾ ਸੁਲੱਖਣੀ ਜੀ ਨੇ ਕਿਹਾ ਵੀ ਮੈਨੂੰ ਕਿੱਥੇ ਸਾਧੂ ਦੇ ਲੜ ਲਾ ਦਿੱਤਾ। ਉਦੋਂ ਬੋਲਦੇ ਚੱਲਦੇ ਹੀ ਨਹੀਂ। ਸਾਧਾਂ ਸੰਤਾਂ ਨੇ ਉਹਨਾਂ ਦੇ ਬੈਠ ਗਿਆ। ਉਹ ਫਿਰ ਆ ਕੇ ਚੰਦੋ ਰਾਣੀ ਬੇਬੇ ਜੀ ਨਾਲ ਲੜੀ, ਤੂੰ ਵਿਚੋਲੀ ਸੀ, ਵਿਚੋਲਿਆਂ ਨੂੰ ਅਲਾਮੇ ਮਿਲਦੇ, ਅੱਜ ਵੀ ਇਹ ਕੁਛ ਹੈ। ਔਰ ਉਹਨਾਂ ਦਾ ਸੁਭਾਅ ਬੜਾ ਸੀ ਉਹੋ ਜਿਹਾ ਹੀ। ਅਤੇ ਰਾਏ ਬੁਲਾਰ ਨੇ ਤਾਂ ਪਹਿਲਾਂ ਵਿਆਹ ਸਮੇਂ ਕਿਹਾ ਸੀ ਮਹਿਤਾ ਜੀ ਨੂੰ ਵੀ ਤੇਰਾ ਵੀ ਸੁਭਾਅ ਉਹੋ ਜਿਹਾ, ਜਿਹੜਾ ਕੁੜਮ ਬਣਿਆ ਉਹ ਵੀ ਇੱਕੋ ਜਿਹਾ, ਕਿਤੇ ਉਹੋ ਜਿਹੀ ਬੋਲ ਵਿਗਾੜੀ ਨਾ ਕਰ ਦਿਓ, ਰਸ ਰੱਖਿਓ, ਰਸ ਬਣਾਈ ਰੱਖਿਓ। ਇਹ ਰਾਏ ਬੁਲਾਰ ਜੀ ਨੇ ਉਦੋਂ ਹੀ ਕਿਹਾ ਸੀ। ਸੋ ਹੁਣ ਬੇਬੇ ਜੀ ਕੋ ਆਈ। ਬੇਬੇ ਜੀ ਕਹਿਣ ਲੱਗੇ ਵੀ ਆਪਣੀ ਧੀ ਰਾਣੀ ਨੂੰ ਪੁੱਛ, ਤੈਨੂੰ ਗਹਿਣਾ ਗੱਟਾ ਨਹੀਂ ਮਿਲਦਾ, ਵਸਤਰ ਨਹੀਂ ਮਿਲਦੇ, ਭੋਜਨ ਪਾਣੀ ਕੋਈ ਚੀਜ਼ ਖਰਚ ਪਾਣੀ ਹੈਂ। ਇਹ ਅਲਾਮਾ ਮਾਸੀ ਜਦੋਂ ਉਹਨੇ ਤੁਸੀਂ ਇਹੋ ਜਿਹੀ ਖਾਤਰ ਕਰਕੇ ਜਾਂਦੇ ਆ। ਉਹ ਫੇਰ ਆਈ, ਕਹਿਣ ਲੱਗੇ ਤੇਰੀ ਨਣਦ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਇਹ ਤਾਂ ਸਾਰਾ ਕੁਛ ਮਿਲ ਰਿਹਾ, ਪਰ ਹੁਣੇ ਬਾਬਾ ਜੀ ਨੇ ਵਚਨ ਕੀਤਾ ਸੀ ਕਿ ਪੁੱਤੀ ਗੰਢ ਪਵੈ ਸੰਸਾਰ, ਇਹ ਵਧੀ ਬੇਲ ਬਹੁ ਪੀੜ੍ਹੀ ਚਾਲੀ, ਇਹ ਵੀ ਹੋਣਾ ਚਾਹੀਦਾ। ਫਿਰ ਬੇਬੇ ਜੀ ਕਹਿਣ ਲੱਗੇ, ਫਿਰ ਉਚੇਚਾ ਬੁਲਾਇਆ, ਮਹਾਰਾਜ ਨੂੰ ਬੇਨਤੀ ਕੀਤੀ
ਵੀ ਤੁਹਾਡੀ ਸੱਸ ਆ ਕੇ ਬੜਾ ਕਪੱਤ ਕਰਦੀ ਹੈ ਅਤੇ ਬੜੇ ਮਿਹਣੇ ਤਾਨੇ ਮੈਨੂੰ ਝੱਲਣੇ ਪੈਂਦੇ ਆ ਕਿ ਆਪ ਜਿੱਥੇ ਸੰਗਤਾਂ ਨੂੰ ਦਾਤਾਂ ਵੰਡਦੇ ਆ, ਕਿਰਪਾ ਕਰੋ। ਅਤੇ ਮਹਾਰਾਜ ਫਿਰ ਕਹਿਣ ਲੱਗੇ ਕਿ ਮਹਾਰਾਜ ਕਿਰਪਾ ਕਰਨਗੇ। ਫਿਰ ਸਾਧ ਸੰਗਤ ਜੀ 5 ਸਾਵਣ ਸੰਮਤ 1551 ਬਿਕਰਮੀ ਨੂੰ ਬਾਬੇ ਸ਼੍ਰੀ ਚੰਦ ਦਾ ਜਨਮ ਹੋਇਆ। ਇਹਨਾਂ ਦਾ ਨਾਮ ਬੇਬੇ ਨਾਨਕੀ ਨੇ ਰੱਖਿਆ, ਸ਼੍ਰੀ ਚੰਦ ਜੀ। ਇਹ ਬੇਬੇ ਜੀ ਨੇ ਨਾਂ ਚੁਣਿਆ ਅਤੇ ਮਹਾਰਾਜ ਨੇ ਫਿਰ ਇਹ ਸ਼੍ਰੀ ਚੰਦ ਨੂੰ ਬੇਬੇ ਦੀ ਗੋਦ ਵਿੱਚ ਪਾ ਦਿੱਤਾ ਕਿ ਲੈ ਤੈਨੂੰ ਹੀ ਦਿੱਤਾ। ਅਤੇ ਬੇਬੇ ਜੀ ਨੇ ਇਹਨਾਂ ਨੂੰ ਪੜ੍ਹਾਇਆ, ਇਹਨਾਂ ਦੀ ਪਰਵਰਿਸ਼ ਕੀਤੀ ਹੈ। 19 ਫੱਗਣ 1553 ਸੰਮਤ ਬਿਕਰਮੀ ਬਾਬਾ ਲਖਮੀ ਦਾਸ ਜੀ ਦਾ ਅਵਤਰਨ ਹੋਇਆ। ਇੱਕ ਸੰਤ ਹੈ, ਇੱਕ ਗ੍ਰਸਤੀ ਹੈ, ਅਤੇ ਦੋਨੋਂ ਹੀ ਸੰਦੇਹੇ ਗਏ ਆ। ਸੰਤ ਵੀ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਵੀ। ਜਦੋਂ ਸ਼ਿਕਾਰ ਖੇਡਦੇ ਸੀ ਨਾ, ਅਤੇ ਬਾਬਾ ਜੀ ਨੇ ਕਿਹਾ ਕਿ ਲੇਖਾ ਦੇਣਾ ਪਊ। ਕਹਿੰਦੇ ਲਓ ਪਹਿਲਾਂ ਲੇਖਾ ਹੀ ਨਿਬੇੜ ਆਈਏ। ਨਾਲ ਹੀ ਅਤੇ ਆਪਣੇ ਘਰੋਂ ਬੀਬੀ ਜੀ ਨੂੰ ਬਹਾ ਲਿਆ, ਨਾਲ ਹੀ ਧਰਮਦਾਸ ਨੂੰ ਘੋੜੇ 'ਤੇ। ਭਾਈ ਕਮਲੀਆ ਜੀ ਕਹਿੰਦੇ ਮਹਾਰਾਜ ਤੁਸੀਂ ਬਾਲ ਜਤੀ ਆ, ਗੁਰੂ ਨਾਨਕ ਸਾਹਿਬ ਦੀ ਬਿੰਦੀ ਵੰਸ ਵੀ ਅਤੇ ਨਾਦੀ ਵੀ ਚੱਲਣੀ ਚਾਹੀਦੀ ਹੈ। ਪਿਓ ਦਾ ਉਹ ਉੱਡ ਗਏ, ਬਸ ਉੱਥੋਂ ਹੀ 16 ਯੋਜਨ ਬਾਂਹ ਵਧਾ ਕੇ ਅਤੇ ਲਾ ਲਿਆਂਦਾ। ਆਪ ਪਾਲਿਆ ਉਹਨਾਂ ਨੇ ਸ਼੍ਰੀ ਲਖਮੀ ਆਪਣੇ ਧਰਮਦਾਸ ਨੂੰ। ਸੋ ਇਸ ਵਾਸਤੇ ਫਿਰ ਹੁਣ ਮਹਾਰਾਜ ਦੀ ਸਾਰੀ, ਕਿਉਂਕਿ ਹੁਣ ਦੇਖੋ ਮਹਿਤਾ ਸਾਹਿਬ ਅਤੇ ਰਾਏ ਭੋਈ ਤਲਵੰਡੀ ਮਾਤਾ ਜੀ, ਇੱਥੇ ਬੇਬੇ ਜੀ ਨੇ ਮੰਗਣਾ ਵਿਆਹ ਕੀਤਾ ਅਤੇ ਬੇਬੇ ਜੀ ਨੇ ਭਰਜਾਈ ਦੀ ਸੇਵਾ ਸੰਭਾਲ ਅਤੇ ਆਪਣੇ ਭਤੀਜਿਆਂ ਦੀ। ਅਤੇ ਇੱਕ ਵਾਰੀ ਕੋਈ ਮੰਗਤਾ ਆਇਆ ਸੀ ਨਾ, ਅਤੇ ਬਾਬਾ ਸ਼੍ਰੀ ਚੰਦ ਜੀ ਦੌੜ ਗਏ। ਉਹ ਬੇਬੇ ਜੀ ਤੋਂ ਪਹਿਲਾਂ ਹੀ ਉਹ ਛੋਲਿਆਂ ਦੀਆਂ ਬੋਰੀਆਂ ਘੋੜਿਆਂ ਲਈ ਪਈਆਂ ਸੀ, ਉਹ 5 ਬੁੱਕ ਭਰ ਕੇ ਮੰਗਤੇ ਦੀ ਝੋਲੀ 'ਚ ਪਾ ਦਿੱਤੇ। ਕਹਿਣ ਲੱਗੇ ਭਤੀਜੇ ਕੀ ਦੇ ਕੇ ਆਇਆ? ਆਖੇ ਮੋਤੀ। ਆਖੇ ਕਿੱਥੋਂ? ਆਖੇ ਇੱਥੋਂ। ਉਹਦਾ ਆਖੇ ਛੋਲਿਆਂ ਦੀਆਂ ਬੋਰੀਆਂ। ਜਿਹੜੇ ਉਹ ਮੰਗਤੇ ਹੀ ਝੋਲੀ ਦੇਖੀ ਤਾਂ ਮੋਤੀ ਸੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਜੇ ਮੰਗਤਾ ਹੀ ਰਿਹਾ ਤਾਂ ਫਿਰ ਫਾਇਦਾ ਕੀ ਹੋਇਆ? ਗੱਜ ਕੇ ਬੋਲੋ, ਇੱਥੋਂ ਦਾ ਦਾਤਾ ਬਣ ਕੇ ਜਾਵੇ। ਜੇ ਗੁਰੂ ਨਾਨਕ ਦਾ ਮੰਗਤਾ ਬਣ ਕੇ ਵੀ ਮੰਗਤਾ ਰਿਹਾ ਫਿਰ ਤਾਂ ਕੁਝ ਵੀ ਨਾ ਘਟਿਆ। ਇਹ ਦਾਤਿਆਂ ਦਾ ਘਰ ਆ, ਇੱਥੇ ਦਾ ਦਾਤਾ ਬਣ ਕੇ ਜਾਏ। ਅਤੇ ਅੱਜ ਦੇਖੋ ਜਿਹੜੇ ਵੀ ਗੁਰੂ ਨਾਨਕ ਸਾਹਿਬ ਦਾ ਲੜ ਫੜਦੇ ਆ, ਕੋਈ ਕਮੀ ਛੱਡੀ ਹੈ? ਭਾਵੇਂ ਅਸੀਂ ਜੇ ਹਮ ਪੂਤ ਕਪੂਤ ਹੈ ਬਹੁਰ ਪਿਤਾ ਕੋ ਲਾਜ, ਅਸੀਂ ਸਿੱਖੀ ਤੋਂ ਪਤਿਤ ਹੁੰਦੇ ਜਾਂਦੇ ਹਾਂ, ਨਾਸਤਕ ਬਣਦੇ ਜਾਂਦੇ ਹਾਂ। ਇੱਕ ਅੱਜ ਕੱਲ੍ਹ ਨਵਾਂ ਲਾਣਾ ਉੱਠਿਆ, ਉਹ ਗੱਲਾਂ ਇਹੋ ਜਿਹੀਆਂ ਕਰਦਾ, ਸ਼ਰਧਾ ਨੂੰ ਕਿਵੇਂ ਬਲੂੰਦਰ ਕੇ ਰੱਖੀ ਜਾਂਦੇ। ਪਰ ਜਿਹੜੇ ਸਿਦਕ ਵਾਲੇ ਆ ਅਤੇ ਗੁਰੂ ਮਹਾਰਾਜ ਨੇ ਉਹਨਾਂ ਦੇ ਘਰਾਂ 'ਚ ਕੋਈ ਕਮੀ ਨਹੀਂ ਛੱਡੀ, ਹਰ ਪੱਖ ਤੋਂ ਬਾਰਮ ਬਖਸ਼ਾਂ ਕੀਤੀਆਂ। ਫਿਰ ਵਾਸਤੇ ਬੇਈ ਦਾ ਪ੍ਰਵੇਸ਼, ਸੱਚਖੰਡ ਜਾਣਾ, ਮੂਲ ਮੰਤਰ ਲਿਆਉਣਾ, ਗੁਰੂ ਗ੍ਰੰਥ ਦੀ ਆਰੰਭਤਾ। ਫਿਰ ਅਬਰਾਮਤਾ ਜਾ ਕੇ ਉਹ ਸ਼ਮਸ਼ਾਨ ਘਾਟ 'ਚ ਉਜਾੜਨ 'ਚ ਬਹਿ ਗਏ। ਅਤੇ ਉੱਧਰ ਮਰਦਾਨਾ ਜੀ ਖਬਰ ਲੈਣ ਲਈ ਭੇਜੇ। ਲੈ ਪਿਤਾ ਸ਼੍ਰੀ ਨੂੰ ਪਤਾ ਲੱਗਾ ਵੀ ਉਹ ਤਾਂ ਮੋਦੀ ਖਾਨਾ, ਉਹਨਾਂ ਨੇ ਦਰਵਾਜ਼ੇ ਖੋਲ੍ਹਤੇ, ਲਟਾ ਲਟੂ ਦਿੱਤਾ, ਗਾਂ ਕਿਰਤ ਬੰਦ ਕਰ ਦਿੱਤੀ। ਮਰਦਾਨਾ ਜੀ ਆਏ, ਬੇਬੇ ਜੀ ਨੇ ਫਿਰ ਭੇਜਿਆ ਮਹਾਰਾਜ ਸਮਾਧੀ। ਉਹ ਬੜੇ ਬੇਬੇ ਜੀ ਮੇਥੋਂ ਨਹੀਂ ਇਹਨਾਂ ਨਾਲ ਘੱਟ ਹੋਣੇ। ਕਹਿੰਦੇ ਤੂੰ ਇੱਥੋਂ ਲੰਗਰ ਛਕ ਜਾ ਕਰ, ਲੋੜ ਪੂਰੀ ਕਰਿਆ ਕਰ, ਵਸਾਤ ਨਾ ਛੱਡ। ਫਿਰ ਮਹਾਰਾਜ ਨੇ ਕਿਹਾ ਤੈਨੂੰ ਤਾਰ ਦਾ ਗੁਣ ਦਿੱਤਾ, ਜਾ ਰਬਾਬ ਲਿਆ। ਬੇਬੇ ਜੀ ਕੋ ਆਏ, 7 ਰੁਪਏ ਲਏ, ਜਿੱਥੇ ਵੀ ਉਹ ਰਾਗੀਆਂ ਦਾ ਘਰ ਸੀਗੇ।
ਉੱਥੋਂ ਲਿਆ। ਮਹਾਰਾਜ ਕਹਿੰਦੇ ਇਹ ਆਪਣੇ ਪਸੰਦ ਨਹੀਂ। ਇਹ ਬੇਬੇ ਜੀ ਨੂੰ ਪੈਸੇ ਮੋੜਿਆ। ਫਿਰ ਉਹ ਭਾਈ ਫਰੰਦੇ ਤੋਂ ਲੈ ਕੇ ਆਏ। ਕਹਿਣ ਲੱਗੇ ਮਹਾਰਾਜ ਪਈ ਦਾ ਨਾਂ ਫਰੰਦਾ, ਕੋਈ ਘਰ 'ਚ ਪਾਣੀ। ਉਹ ਜਿਹੜੇ ਮੁੜ ਕੇ ਦੇਖਿਆ ਉਹ ਲੋਪ ਹੋ ਗਿਆ। ਕਹਿੰਦੇ ਮਹਾਰਾਜ ਕੀ? ਕਹਿੰਦੇ ਇਹਦਾ ਨਾਂ ਕੀ ਹੈ? ਫਰੰਦਾ। ਕਹਿੰਦੇ ਜਿਹੜਾ ਨਾਂ ਹੈ ਫਰੰਦਾ ਫਿਰਨ ਤੁਰਨ ਵਾਲਾ, ਤੈਨੂੰ ਕਿੱਥੋਂ ਲੈ ਜਾਣਾ? ਇਹ ਤਾਂ ਦੇਵਲੋਕ ਦਾ ਗੰਧਰਵ ਸੀਗਾ। ਅਸੀਂ ਆਪਣੀ ਅਮਾਨਤ ਦੇ ਕੇ ਆਏ ਸੀ। ਰਬਾਬ, ਰਬਾਬ ਦਾ ਆਖਰੀ ਅਰਥ ਹੈ ਰੱਬੇ ਆਪ, ਰੱਬ ਦੇ ਨਾਮ ਦੀ ਤਰਾਵਟ ਨੂੰ ਪੈਦਾ ਕਰਨ ਵਾਲਾ ਸਾਜ਼। ਹੁਣ ਤਾਂ ਇਹਦਾ ਦਰਸ਼ਨ ਹੀ ਸਿੱਖਾਂ 'ਚੋਂ ਅਲੋਪ ਹੋ ਗਿਆ। ਵਜਾਉਣਾ ਜਾਂ ਸਿੱਖਣਾ ਉਹ ਤਾਂ ਗੱਲਾਂ ਬੜੀਆਂ ਦੂਰ ਚਲੇ ਗਈਆਂ। ਸੋ ਇਸ ਵਾਸਤੇ ਫਿਰ ਮਰਦਾਨਾ ਜੀ ਨੂੰ ਤਲਵੰਡੀ ਜਾਣ ਤੋਂ ਰੋਕਿਆ। ਫਿਰ ਸੱਚੇ ਪਾਤਸ਼ਾਹ ਜੀ ਨੇ ਬੇਬੇ ਜੀ ਨੂੰ ਕਿਹਾ ਵੀ ਹੁਣ ਸਾਨੂੰ ਇਜਾਜ਼ਤ ਦੇ ਦਿਓ, ਕਿਉਂਕਿ ਬੇਬੇ ਜੀ ਨਮਸਕਾਰ ਆਉਂਦੇ ਸੀ ਅਤੇ ਮਹਾਰਾਜ ਉਹਦੇ ਚਰਨੀ ਹੱਥ ਲਾਉਂਦੇ। ਤੂੰ ਸਾਤੋਂ ਵੱਡੀ, ਜੇ ਉਹਨੇ ਟੇਕਣਾ ਅਤੇ ਕਹਿਣਾ ਮਹਾਰਾਜ ਮੈਂ ਤੁਹਾਨੂੰ ਕੋਈ ਭਰਾ ਨਹੀਂ, ਮੈਂ ਤਾਂ ਨਿਰੰਕਾਰ ਜਾਣਦੀ ਹਾਂ। ਪਰ ਮਹਾਰਾਜ ਦੁਨਿਆਵੀ ਮਰਜ਼ਾਦਾ ਆਪਣੇ ਮਾਤਾ ਪਿਤਾ ਨੂੰ ਵੀ ਨਮਸਕਾਰ ਕਰਦੇ ਰਹੇ ਆ, ਸਤਿਕਾਰ ਕਰਦੇ ਰਹੇ ਆ। ਪਰ ਸਾਡੇ ਵਿੱਚੋਂ ਇਹ ਚੀਜ਼ਾਂ ਅੱਜ ਲੋਪ ਹੁੰਦੀਆਂ ਜਾ ਰਹੀਆਂ। ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਕੋਈ ਮੱਥਾ ਟੇਕਣਾ, ਸਤਿਕਾਰ ਕਰਨਾ ਠੀਕ ਨਹੀਂ, ਪਰ ਨਹੀਂ। ਮਰਜ਼ਾਦਾ ਪੁਰਸ਼ੋਤਮ ਜਿਹੜੇ ਮਹਾਂਪੁਰਖ ਆ ਉਹ ਮਰਜ਼ਾਦਾ ਕਾਇਮ ਕਰਨ ਆਉਂਦੇ ਆ, ਨਿਯਮ ਦੀ ਪਾਲਣਾ ਕਰਦੇ ਆ। ਸੋ ਇਸ ਵਾਸਤੇ ਫਿਰ ਦੌਲਤ ਖਾਂ ਦਾ ਜਿਹੜਾ ਭਰਮ ਭੁਲੇਖਾ ਉਹ ਵੀ ਨਿਕਲਿਆ, ਉਹਨੂੰ ਵੀ ਸ਼ਰਧਾਲੂ ਬਣਾਇਆ। ਦੁਨੀਆ ਨੇ ਫਿਰ ਬੜਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਪਿਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ। ਪਰ ਉਦੋਂ ਵੀ ਬੇਬੇ ਜੀ ਦਾ ਸਿਦਕ ਜਿਹੜਾ ਕਾਇਮ ਰਿਹਾ। ਫਿਰ ਸਾਧ ਸੰਗਤ ਜੀ ਇਹਨਾਂ ਨੂੰ ਸੱਚ ਦੀ ਨਵਾਜ਼ ਪਾਣੀ ਵੀ ਦੱਸੀ, ਮਨ ਦੀ ਹਾਜ਼ਰੀ ਨਾਲ ਇਹ ਚੀਜ਼ਾਂ ਹੁੰਦੀਆਂ। ਫਿਰ ਭਾਈ ਭਗੀਰਥ ਜਿਹੜਾ ਦੇਵੀ ਦਾ ਉਪਾਸ਼ਕ, ਇਹ ਸਾਰਾ ਜੋ ਕੁਝ ਹੋਇਆ ਬੇਬੇ ਜੀ ਦੀ ਮਿਹਰ ਨਾਲ ਹੋ ਰਿਹਾ। ਕਿਉਂਕਿ ਬੇਬੇ ਜੀ ਉੱਥੇ ਵਿਆਹੇ ਅਤੇ ਬੇਬੇ ਜੀ ਦੁਆਰਾ ਮਹਾਰਾਜ ਉੱਥੇ ਗਏ। ਬੇਬੇ ਜੀ ਨੇ ਉਹਨਾਂ ਦੀਆਂ ਵਿਵਹਾਰਕ ਰਸਮਾਂ, ਕਿਰਤ ਦੀਆਂ ਰਸਮਾਂ, ਪਰਮਾਰਥੀ ਰਸਮਾਂ 'ਚ ਉਹਨਾਂ ਦੇ ਪਰਿਵਾਰ ਦੀ ਸੰਭਾਲ ਸੇਵਾ, ਜਾਣੀ ਬੇਬੇ ਜੀ ਦਾ ਰਿਣ ਸਿੱਖ ਕੌਮ ਚੁਕਾ ਨਹੀਂ ਸਕਦੀ। ਇਹ ਉਹਨਾਂ ਦੀ ਜੋ ਕਿਰਪਾ ਹੈ। ਸੋ ਇਸ ਵਾਸਤੇ ਸਮਾਂ ਕਾਫੀ ਉੱਪਰ ਚਲੇ ਜਾਏਗਾ। ਬਾਕੀ ਪ੍ਰਸੰਗ ਆਪਾਂ ਕੱਲ੍ਹ ਫੇਰ ਵਿਚਾਰਾਂਗੇ। ਹੁਣ ਗਿਆਨੀ ਜੀ ਨੇ ਜੋ ਸ਼੍ਰੀ ਮੁੱਖ ਵਾਕ ਪੜ੍ਹੇ, ਆਪਾਂ ਉਹਦੀ ਵਿਚਾਰ ਸਰਵਣ ਕਰੀਏ, ਕਿਉਂਕਿ ਵੀਕਡੇ ਚੱਲਦੇ ਆ ਅਤੇ ਤੁਹਾਨੂੰ ਪਤਾ ਵੀ ਇੱਥੇ ਸਾਰੇ ਡਿਊਟੀਆਂ ਵਾਲੇ ਆ, ਸਮੇਂ ਦਾ ਲੰਘਣ ਫਿਰ ਠੀਕ ਨਹੀਂ। ਆਓ ਪਿਆਰ ਨਾਲ ਸਰਵਣ ਕਰੀਏ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ। ਸੂਹੀ ਰਾਗ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ। ਕਿਉਂਕਿ ਉਹ ਰਾਜਾ ਹੁੰਦਾ ਸੀ ਨੇ ਇੱਕ, ਉਹ ਰਾਗੀ ਸਿੰਘਾਂ ਨੇ ਕੀਰਤਨ ਕਰਨਾ, ਤੁਹਾਨੂੰ ਬੜਾ ਜੀ ਸਿਰ ਹਿਲਾਉਣਾ, ਝੂਮਣਾ। ਅਤੇ ਰਾਗੀ ਸਿੰਘਾਂ ਨੇ ਸਮਝਣਾ ਇਹ ਰਾਜਾ ਰਾਗ ਦਾ ਵਾਕਫ ਆ। ਉਹ ਕਹਿਣ ਲੱਗੇ ਵੀ ਉਹ ਮਿਹਨਤ ਨਹੀਂ ਕਰਦਾ, ਦੇਖੀਏ ਤਾਂ ਸਹੀ। ਕਹਿੰਦੇ ਮਹਾਰਾਜ ਕੱਲ੍ਹ ਆਪ ਜੀ ਨੇ ਕਿਰਪਾ ਕਰਨੀ ਵੀ ਅਸੀਂ ਇਸ ਵੇਲੇ ਕਿਹੜਾ ਰਾਗ ਗਾਵਾਂਗੇ। ਉੱਥੇ ਤਾਂ ਕਹਿਆ ਜੀ ਹਾਂ ਜੀ ਠੀਕ ਆ। ਹੁਣ ਉਵੇਂ ਕਿਵੇਂ ਦੱਸੇ, ਪਤਾ ਤਾਂ ਹੈ ਨਾ। ਉਹ ਘਰ ਵਾਲੀ ਉਹਦੀ ਕੋਈ ਵਾਕਫ ਸੀ। ਉਹ ਕਹਿੰਦੇ ਵੀ ਮੈਨੂੰ ਤਾਂ ਪਰਚਾ ਪੈ ਗਿਆ ਰਾਣੀ ਨੂੰ, ਵੀ ਹੁਣ ਕਿਵੇਂ ਕਰਾਂ। ਉਹ ਕਹਿੰਦੇ ਇਸ ਵੇਲੇ ਸੂਹੀ ਰਾਗ ਹੁੰਦਾ। ਉਹਨੂੰ ਸੂਹੇ ਰੰਗ ਦੀ ਇੱਕ ਕੁੜਤੀ ਬਣਾ ਦਿੱਤੀ, ਉਹਦੇ ਗਲ 'ਚ ਪਾ ਦਿੱਤੀ ਵੀ ਜੇ ਤੈਨੂੰ ਸੂਹਾ ਭੁੱਲ ਜਾਏ ਨਾ, ਕੁੜਤੀ ਤੋਂ ਸੂਹਾ ਰੰਗ ਚੇਤੇ ਕਰ ਲਈ। ਉਹ ਜਿਹੜੇ ਰਾਗੀ ਸਿੰਘ ਲੱਗੇ ਕੀਰਤਨ ਕਰਨ, ਬੜਾ ਝੂਮੇ। ਕਹਿੰਦੇ ਮਹਾਰਾਜ ਕਿਹੜਾ ਰਾਗ ਗਾ ਰਹੇ ਮੌਕੇ ਦਾ। ਹਾਂਜੀ, ਉਹ ਸੂਹੇ ਹੀ ਤਾਂ ਭੁੱਲ ਗਿਆ। ਕਹਿੰਦਾ ਕੁੜਤੀ ਰਾਗ ਗਾ ਰਹੇ ਹਾਂ। ਇਹ ਕਈਆਂ ਦਾ ਤਾਂ ਫਿਰ ਇਹੋ ਜਿਹਾ ਹੀ ਹੁੰਦਾ ਨਾ। ਪਰ ਜਿਹੜਾ ਫਿਰ ਉਹ ਵਾਕਫ ਹੁੰਦਾ, ਉਹ ਫਿਰ ਸਮਝਦਾ, ਉਹਨੂੰ ਆਨੰਦ ਫਿਰ ਵੱਖਰਾ ਹੁੰਦਾ। ਉਹ ਆਪਣੇ ਸੰਤ ਸੀ ਨਾ ਬਾਬਾ ਸਰਵਣ ਸਿੰਘ ਜੀ,
ਉਹ ਇੱਕ ਵਾਰੀ ਬਾਬਾ ਜੀ ਆ ਜਿਹੜੇ ਹੁੰਦੇ ਨਾ ਕੀ ਕਹਿੰਦੇ ਆ ਰੇਡੀਓ ਆਰਟਿਸਟ, ਉਹ ਆ ਗਿਆ ਅਤੇ ਸੰਤਾਂ ਨੂੰ ਕਹਿੰਦਾ ਮੈਂ ਤੁਹਾਡੇ ਨਾਲ ਜੋੜੀ ਵਜਾਉਣੀ ਆ। ਉਹ ਸੰਤ ਕਹਿੰਦੇ ਵੀ ਸਾਡੇ ਨਾਲ ਜੋੜੀ ਵਾਲਾ ਹੈਗਾ? ਕਹਿੰਦੇ ਨਹੀਂ। ਅੱਛਾ ਜੇ ਤਾਂ ਉਵੇਂ ਕਹਿੰਦਾ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦੇ ਦਿਓ। ਅਤੇ ਸੰਤਾਂ ਨੇ ਵੀ ਆਪਣੇ ਹਿਸਾਬ 'ਚ ਚੱਲਣਾ ਸੀ। ਉਹ ਆਇਆ ਸੀ ਹਉਮੈ ਨਾਲ ਕਿ ਮੈਂ ਬਹੁਤ ਵੱਡਾ ਆਰਟਿਸਟ ਹਾਂ। ਉਹ ਸੰਤਾਂ ਨੇ ਪੜਤਾਲ ਸ਼ੁਰੂ ਕਰ ਲਈ। ਉਹ ਪਹਿਲਾਂ ਹੀ ਤਾਨ ਪਲਟਿਆ ਖੇਡ ਦਿੱਤਾ। ਫਿਰ ਉਹ ਦੇਖੇ ਵੀ ਮੈਂ ਕਿੱਧਰ ਫਸ ਗਿਆ ਵੀ ਬੇਇੱਜ਼ਤੀ ਹੋਈ ਸੰਗਤ 'ਚ। ਸੰਤ ਕਹਿੰਦੇ ਤੇਰਾ ਹੰਕਾਰ ਹੀ ਤੋੜਿਆ, ਪਹਿਲਾਂ ਤੂੰ ਦੱਸਦਾ ਤੇ ਅਸੀਂ ਤੈਨੂੰ ਰਲਾ ਰੁਲੂ ਲੈਣਾ ਸੀ ਨਾਲ। ਇਸ ਕਰਕੇ ਕਈ ਵਾਰੀ ਫੇਜ ਜਿਹਾ ਹੋ ਜਾਂਦਾ। ਪਰ ਉਹ ਮਹਾਂਪੁਰਖਾਂ ਦਾ ਤੇ ਪੜ੍ਹਨ ਵਾਲੀ ਗੱਲ ਸੀ। 7 ਪੁਸਤਕਾਂ ਉਹਨੇ ਲਿਖੀਆਂ ਜਿਹੜੀਆਂ ਬੰਦਿਸ਼ਾਂ ਬਾਬਾ ਸਰਵਣ ਸਿੰਘ ਬਣਾ ਗਏ। ਉਹ ਰਾਗੀ ਹੁਣ ਵੀ ਮੂੰਹ 'ਚ ਉਂਗਲਾਂ ਪਾਉਂਦੇ ਪਏ, ਸਮਝਣਾ ਹੀ ਬੜਾ ਔਖਾ। ਉਹ ਸੰਤ ਭਾਈ ਸੱਜਣ ਸੁਣ ਮੈਂ ਕਿਹਾ ਸੀ ਉਹਨਾਂ ਨੂੰ ਕਿਤੇ ਛਪਾ ਦਈਏ ਕਿ ਲੋਪੇ ਨਾ ਹੋ ਜਾਣ। ਸੋ ਇਸ ਵਾਸਤੇ ਗੁਰੂ ਮਹਾਰਾਜ ਸੂਹੀ ਰਾਗ ਵਿੱਚ ਕਿਰਪਾ ਕਰਦੇ ਹਨ। ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਤਰ ਆਤਮੇ ਮੇਰਾ ਹਰੀ ਹਰ ਪਰਮੇਸ਼ਰ ਜਾਂ ਉਹਦਾ ਪਿਆਰ ਬੇਬੇ ਨਾਨਕੀ ਜੀ ਵਾਂਗੂ ਵਸ ਗਿਆ ਹੈ। ਤਿਨ ਕੇ ਸਭ ਰੋਗ ਗਵਾਏ, ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਦੇ ਹਉਮੈ ਆਦਿਕ ਜਿਤਨੇ ਵੀ ਮਨ ਬਾਣੀ ਸਰੀਰ ਦੇ ਰੋਗ ਸਾਰੇ ਗੁਰੂ ਮਹਾਰਾਜ ਨੇ ਗਵਾ ਦਿੱਤੇ ਹਨ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਜਿਨ੍ਹਾਂ ਨੇ ਉਹਨਾਂ ਦੇ ਪਵਿੱਤਰ ਨਾਮ ਨੂੰ ਮੂਲ ਮੰਤਰ ਗੁਰੂ ਮੰਤਰ ਨੂੰ ਧਿਆਇਆ, ਉਹ ਪੁਰਸ਼ ਮੁਕਤ ਹੋ ਗਏ, ਬੰਧਨ ਤੋਂ ਰਹਿਤ ਹੋ ਗਏ ਹਨ। ਤਿਨ ਪਵਿੱਤ ਪਰਮ ਪਦ ਪਾਏ, ਉਹਨਾਂ ਗੁਰਮੁਖਾਂ ਨੇ ਧੰਨ ਧੰਨ ਬੇਬੇ ਨਾਨਕੀ ਜੀ ਵਾਂਗ ਪਵਿੱਤਰ ਪਰਮ ਪਦਵੀ ਜਿਹੜੀ ਮੋਕਸ਼ ਆਤਮਾ ਗਿਆਨ ਬ੍ਰਹਮ ਗਿਆਨ ਦੀ ਪਦਵੀ ਉਸ ਨੂੰ ਪਾ ਲਿਆ ਹੈ। ਮੇਰੇ ਰਾਮ ਹਰ ਜਨ ਆਰੋਗ ਭਏ, ਇਹ ਮੇਰੇ ਰਮੇ ਹੋਏ ਰਾਮ ਜਿਹੜੇ ਤੇਰੇ ਹਰੀ ਦੇ ਜਾਣਿਆ ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਬਿਮਾਰੀ ਨਹੀਂ ਰਹਿੰਦੀ। ਜਿਵੇਂ ਸਰਖੋਵਾਲ ਸੰਤ ਮਹਾਂਪੁਰਖ ਉੱਥੇ ਮੰਨੀ ਮਾਜਰੇ ਕੂਣੀ ਸਾਹਿਬ ਤੇ ਕਹਿ ਰਹੇ, ਉਹਨੂੰ ਕਿਸੇ ਨੇ ਕਿਹਾ ਵੀ ਸੰਤਾਂ ਦਾ ਸਰੀਰ ਢਿੱਲਾ। ਹੁਣ ਸਾਰੀ ਟੀਮ ਮਸ਼ੀਨਾਂ ਉੱਥੇ ਭੇਜ ਦਿੱਤੀਆਂ ਕਿਉਂ ਮੁੱਖ ਮੰਤਰੀ ਸੀ। ਅਤੇ ਮਹਾਰਾਜ ਕਹਿੰਦੇ ਵੀ ਤੁਸੀਂ ਆਏ ਆ? ਕਹਿੰਦੇ ਜੀ ਮੁੱਖ ਮੰਤਰੀ ਨੇ ਹੁਕਮ ਆਇਆ ਸੀ, ਇਹ ਸਾਰਾ ਅਮਲਾ ਫੈਲਾ ਆ ਗਿਆ ਵੀ ਸੰਤ ਬਿਮਾਰ ਆ, ਚੈੱਕਅਪ ਕਰਕੇ ਸਹੀ ਇਲਾਜ ਕਰੋ। ਵੀ ਉਹ ਸੰਗਤ ਦੀ ਸੇਵਾ ਬੜੀ ਕਰਦੇ ਆ। ਸੰਤ ਕਹਿਣ ਲੱਗੇ ਵੀ ਕੈਰੋਂ ਆਪ ਤੰਦਰੁਸਤ ਆ ਅਤੇ ਦੇਖ ਲਓ ਵੀ ਉਹ ਹੁਣ ਚੈੱਕ ਕਰਨ ਅਤੇ ਗੁਰਮੁਖ ਰੋਮ ਰੋਮ ਹਰਤਿਆ ਹੋਇਆ। ਕਹਿੰਦੇ ਮਹਾਰਾਜ ਸਾਨੂੰ ਤਾਂ ਬਿਮਾਰੀ ਲਾਈਦੀ ਨਹੀਂ। ਅਤੇ ਜਦੋਂ ਉਸ ਮੰਜ਼ਿਲ 'ਤੇ ਪਹੁੰਚ ਜਾਂਦਾ ਉਹ ਤਾਂ ਫਿਰ ਮਨ ਬਾਣੀ ਸਰੀਰ ਕਰ ਅਰੋਗ ਹੋ ਜਾਂਦੇ। ਉਹਨੇ ਦਰਸ਼ਨ ਕਰਨੇ ਦੁਨੀਆ ਦੇ ਰੋਗ ਜਿਹੜੇ ਰੋਗੀ ਕਾ ਪ੍ਰਭ ਖੰਡਵਾ ਰੋਗ ਐਸੀ ਅਵਸਥਾ ਹੁੰਦੀ ਹੈ, ਉਹ ਅਰੋਗ ਹੋ ਜਾਂਦੇ। ਕਿਸੇ ਪ੍ਰਕਾਰ ਦਾ ਉਹਨਾਂ ਨੂੰ ਕੋਈ ਰੋਗ ਨਹੀਂ ਰਹਿੰਦਾ ਹੈ। ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਸਤਿਗੁਰਾਂ ਦੇ ਬਚਨ ਦੀ ਕਮਾਈ ਕਰਕੇ। ਕਿਉਂ ਇੱਕ ਦਾ ਹੁੰਦਾ ਨਾ ਬੰਦੂਕ ਫੜ ਕੇ ਆਪੇ ਗੋਲੀ ਚਲਾਉਣੀ, ਉਹ ਕਿਸੇ ਨਿਸ਼ਾਨੇ 'ਤੇ ਥੋੜ੍ਹੀ ਜਾਂਦੀ। ਪਰ ਜੇ ਕਿਸੇ ਤੋਂ ਟ੍ਰੇਨਿੰਗ ਲੈ ਲਈਏ ਫਿਰ ਉਹ ਨਿਸ਼ਾਨੇ 'ਤੇ ਜਾਏਗੀ। ਬਾਰ ਨਿਸਫਲ ਆਪਣੇ ਆਪ ਜਿਹੜੀ ਕਿਰਿਆ ਕੀਤੀ ਜਾਂਦੀ ਉਹ 'ਚ ਪੂਰੀ ਸਫਲਤਾ ਨਹੀਂ। ਜਦੋਂ ਗੁਰੂ ਉਸਤਾਦ ਦੁਆਰਾ ਕਰੀਏ ਫਿਰ ਬਰਕਤ ਹੁੰਦੀ। ਜਿਨ੍ਹਾਂ ਨੇ ਗੁਰੂ ਦੇ ਬਚਨ ਵਿੱਚ ਆ ਕੇ ਸ਼ਬਦ ਦੀ ਕਮਾਈ ਕੀਤੀ ਹੈ, ਤਿਨ ਕੇ ਹਉਮੈ ਰੋਗ ਗਏ, ਉਹਨਾਂ ਦੇ ਅੰਦਰੋਂ ਹਉਮੈ ਦੇ ਰੋਗ ਚੱਲ ਜਾਂਦੇ ਆ। ਹੁਣ ਆ ਕਈ ਦੇਖੀਦਾ ਉਹ ਨਾਮ ਵੀ ਬੜਾ ਜਪਦੇ ਆ ਅਤੇ ਦੇਖੀਏ ਦੇ ਹੰਕਾਰ ਨਾਲ ਇੰਨਾ ਭਰੇ ਹੋਏ ਆ ਵੀ ਸਾਡੇ ਬਰਾਬਰ ਕੌਣ ਹੈ। ਪਰ ਨਾਮ ਜਪ ਕੇ ਤਾਂ ਹਉਮੈ ਜਾਣੀ ਚਾਹੀਦੀ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਏ। ਪਰ ਜਿਹਨੇ ਗੁਰੂ ਦੇ ਬਚਨ ਵਿੱਚ ਆ ਕੇ ਕਮਾਈ ਕੀਤੀ ਉਹਨਾਂ ਦੇ ਅੰਦਰੋਂ ਇਹ ਬਿਮਾਰੀ ਦੂਰ ਹੋ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਇਹ ਪਾਤਸ਼ਾਹ ਸੰਸਾਰ ਨੂੰ ਤਾਂ ਹੈ ਨਾ ਹਉਮੈ ਰੋਗ ਮਾਨੋ ਕੋ ਦੀਨਾ ਕਾਮ ਰੋਗ ਮੈਗਲ ਵਸਲੀਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ
ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਵਾਸਤੇ ਕਹਿੰਦੇ ਮਹਾਰਾਜ ਵੀ ਸੰਸਾਰ ਰੋਗੀ ਨਾਮ ਦਾਰੂ ਹੈ। ਕਹਿੰਦੇ ਇਹ ਸੰਸਾਰ ਦੇ ਜੀਵੇ ਨਹੀਂ, ਜਿਹੜੇ ਸੰਸਾਰ ਦੇ ਹਰਤੇ ਕਰਤੇ ਆ ਨਾ, ਇਹ ਬਿਮਾਰੀ ਉਹਨਾਂ 'ਚ ਵੀ ਹੈਗੀ ਹੈ। ਬ੍ਰਹਮਾ, ਵਿਸ਼ਨ, ਮਹਾਦੇਵ, ਇਹ ਤਿੰਨਾਂ ਗੁਣਾਂ ਦੇ। ਵਿਸ਼ਨੂੰ ਸਤੋ ਗੁਣੀ ਹੈ, ਬ੍ਰਹਮਾ ਰਜੋ ਅਤੇ ਸ਼ਿਵ ਜੀ ਤਮੋ ਗੁਣੀ ਹੈ। ਕਹਿੰਦੇ ਇਹਨਾਂ ਨੂੰ ਵੀ ਰੋਗ ਚਿੰਬੜੇ ਹੋਏ ਹਨ। ਵਿੱਚ ਹਉਮੈ ਕਾਰ ਕਮਾਈ। ਮਹਾਰਾਜ ਨੇ ਇਹਨਾਂ ਨੂੰ ਸੇਵਾ ਤਾਂ ਦਿੱਤੀ ਸੀ ਵੀ ਨਿਰਮਾਣ ਹੋ ਕੇ ਕਰਿਓ। ਕਹਿੰਦੇ ਇਹਨਾਂ ਨੇ ਵੀ ਹਉਮੈ 'ਚ ਹੀ ਕਾਰ ਕਮਾਈ। ਨਾਉ ਕਵਲ ਤੇ ਬ੍ਰਹਮਾ ਉਪਜੈ ਵੇਦ ਪੜ੍ਹਮੋ ਕੰਠ ਸਵਾਰ ਤਾ ਕਾਂਤ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ। ਇਸ ਕਰਕੇ ਹਉਮੈ ਵਿੱਚ ਕਾਰ ਕਮਾਈ ਹੈ। ਜਿਨ ਕੀਏ ਤਿਸ ਹੈ ਨ ਚਿਤ ਹੈ ਬਪੜੇ। ਸ਼ਕਤੀ ਤਾਂ ਉਹ ਤੋਂ ਲੈ ਲਈ, ਅਤੇ ਜਿਹੜੇ ਸ਼ਕਤੀ ਦੇ ਨਾਲ ਫਿਰ ਇਹਨਾਂ ਨੂੰ ਬਰਕਤ ਮਿਲੀ, ਅਤੇ ਜਿਸ ਨੇ ਇਹਨਾਂ ਨੂੰ ਸੱਤਾ ਦਿੱਤੀ ਸੀ ਉਹਨੂੰ ਨਹੀਂ ਚੇਤੇ ਆਪਣੀ ਪੂਜਾ ਆਪਣੇ ਨਾਮ ਜਪਾਉਣ ਲੱਗ ਪਏ। ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣੋ ਰਾਹ ਚਲਾਇਓ ਪਾਰ ਬ੍ਰਹਮ ਕਿਨਹੂ ਨਾ ਪਛਾਨੋ। ਇਸ ਤਰ੍ਹਾਂ ਦੀ ਕਹਿੰਦੇ ਕਿਰਿਆ ਹੋ ਗਈ ਕਿ ਜਿਹਨੇ ਦਾਤ ਦਿੱਤੀ ਸੀ ਉਹਨਾਂ ਨੂੰ ਬੱਪੜੇ ਵਿਚਾਰੇ ਚੇਤੇ ਯਾਦ ਨਹੀਂ ਕਰਦੇ, ਆਪਣਾ ਹੀ ਨਾਮ ਜਪਾਉਣ ਲੱਗ ਪਏ ਹਨ। ਹਰ ਗੁਰਮੁਖ ਸੋਝੀ ਪਾਈ। ਪਰ ਜਿਹੜੇ ਹਰੀ ਦੇ ਦਾਸ ਗੁਰਮੁਖ ਬਣ ਗਏ ਉਹਨਾਂ ਨੂੰ ਸੋਝੀ ਗਿਆਤ ਦੀ ਪ੍ਰਾਪਤੀ ਹੋ ਗਈ। ਹਉਮੈ ਰੋਗ ਸਭ ਜਗਤ ਵਿਆਪਿਆ। ਕਹਿੰਦੇ ਹਉਮੈ ਦੀ ਐਸੀ ਭਿਅੰਕਰ ਬਿਮਾਰੀ ਹੈ, ਇਹ ਸਾਰੇ ਸੰਸਾਰ ਨੂੰ ਵਿਆਪ ਰਹੀ ਹੈ। ਤਿਨ ਕਉ ਜਨਮ ਮਰਨ ਦੁਖ ਭਾਰੀ। ਇਹ ਹਉਮੈ ਕਰਕੇ ਉਹਨਾਂ ਨੂੰ ਜੰਮਣ ਮਰਨ ਦਾ ਭਾਰੀ ਦੁੱਖ ਜਿਹੜਾ ਕਲੇਸ਼ ਭੋਗਣਾ ਪੈਂਦਾ। ਜੰਮਣ ਵੇਲੇ ਕਹਿੰਦੇ ਜਿਵੇਂ 10,000 ਬਿਛੂ ਡੰਗ ਮਾਰੇ, ਮਰਨ ਵੇਲੇ 60,000। ਇੱਕ ਬਿਛੂ ਪੱਥਰ ਡੰਗ ਮਾਰੇ ਉਹ ਸੰਖੀਆ ਬਣ ਜਾਂਦਾ, ਇੰਨੀ ਜ਼ਹਿਰ ਹੈ। ਇਹ ਜੰਮਣ ਮਰਨ ਦਾ ਦੁੱਖ ਇਤਨਾ ਵੱਡਾ ਲਿਖਿਆ ਹੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟਾ। ਇਹ ਭਾਰੀ ਦੁੱਖ ਭੋਗਣਾ ਪੈਂਦਾ, ਪਰ ਜਿਹੜਾ ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ ਜਾਏ। ਭਾਈ ਸ਼ਮੀਰ ਜੀ ਨੂੰ ਮਹਾਰਾਜ ਕਹਿੰਦੇ ਦੱਸ ਕੀ ਚਾਹੁੰਦਾ? ਕਹਿੰਦੇ ਮਹਾਰਾਜ ਮੇਰੀ 84 ਕੱਟ ਦਿਓ, ਆਵਾਗੁਣ ਮਿਟਾ ਦਿਓ। ਮਹਾਰਾਜ ਕਹਿੰਦੇ ਅੱਛਾ। ਬਸ ਸੁਪਨਾ ਆਇਆ, ਕਈ ਕੁਛ ਦੇਖਦਾ ਦਿਖਾਉਂਦਾ ਰਿਹਾ। ਫਿਰ ਪੀਲੂ ਦੇ ਦਰਖਤ 'ਤੇ ਉਹ ਖਾ ਰਿਹਾ, ਡਿੱਗ ਪਿਆ ਅਤੇ ਸੁਪਨਾ ਪੂਰਾ ਹੋਇਆ ਅਤੇ ਮੂੰਹ ਵਿੱਚ ਉਹ ਪੀਲੂ। ਕਹਿੰਦੇ ਫਿਰ ਕੀ ਹੋਇਆ? ਵੀ ਸੁਪਨਾ ਸੱਚ ਆ ਕਿ ਜਾਂ ਦੇਖ ਰਿਹਾ? ਨਾ ਦੋ ਮਹਾਰਾਜ ਕੋ ਆ ਕੇ ਮਹਾਰਾਜ ਫਿਰ ਮੈਂ ਤਾਂ ਬਹੁਤ ਜੂਨਾਂ ਜਿਹਾ ਘੁੰਮਦਾ ਰਿਹਾ। ਕਹਿੰਦੇ ਤੂੰ ਬੇਨਤੀ ਕੀਤੀ, ਇਹ ਜਨਮ ਤਾਂ ਭੋਗਣੇ ਸੀ, ਅਸੀਂ ਸੁਪਨੇ 'ਚ ਹੀ ਭੁਗਤਾ ਦਿੱਤੇ ਆ ਭਾਈ ਸ਼ਮੀਰ ਦੇ, ਕਿਉਂਕਿ ਮਹਾਰਾਜ ਤਾਂ ਸਮਰੱਥ ਆ ਨਾ। ਇਸ ਵਾਸਤੇ ਫਿਰ ਪੜ੍ਹੋ ਗੁਰ ਪ੍ਰਸਾਦੀ ਕੋ ਵਿਰਲਾ ਛੂਟਾ। ਜਿਹੜਾ ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ ਜਾ ਉਹ ਕੋ ਬਿਰਲਾ ਹੀ ਆ, ਜਿਹੜਾ 84 ਲੱਖ ਜੀਆ ਜੋਨ ਜਨਮਾਂ ਦੇ ਆਵਾਗਮਨ ਦੇ ਚੱਕਰ 'ਚੋਂ ਛੁਟਕਾਰਾ ਪਾਉਂਦਾ ਹੈ। ਤਿਸ ਜਨ ਕਉ ਹਉ ਬਲਿਹਾਰੀ। ਕਹਿੰਦੇ ਜਿਸ ਨੇ ਇਹ ਅਵਸਥਾ ਪ੍ਰਾਪਤ ਕਰ ਲਈ, ਅਸੀਂ ਉਸ ਜਨ ਸੇਵਕ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣਾ। ਜਿਸ ਨੇ ਸ੍ਰਿਸ਼ਟੀ ਸਾਜੀ ਆ, ਇਹਨੂੰ ਕਿਵੇਂ ਪੈਦਾ ਕੀਤਾ, ਕਿਵੇਂ ਪਾਲਣਾ, ਕਿਵੇਂ ਇਹਦੀ ਲੈਤਾ ਕਰਨੀ, ਉਹ ਸਾਰਾ ਕੁਝ ਆਪ ਹੀ ਜਾਣਦਾ ਹੈ। ਤਾ ਕਾ ਰੂਪ ਅਪਾਰੋ। ਉਸ ਕਰਤੇ ਪੁਰਖ ਦਾ ਰੂਪ ਅਪਾਰੋ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਨਾਨਕ ਆਪੇ ਵੇਖ ਹਰ ਬਿਗਸਾ। ਉਹ ਲੀਲਾ ਨੂੰ ਕਰਕੇ ਆਪੇ ਵੇਖਦਾ, ਆਪੇ ਵੇਖ ਵੇਖ ਕੇ ਖੁਸ਼ ਹੁੰਦਾ ਹੈ। ਗੁਰਮੁਖ ਬ੍ਰਹਮ ਵਿਚਾਰੋ। ਜਿਹੜੇ ਗੁਰਮੁਖ ਹਰ ਵੇਲੇ ਉਸ ਬ੍ਰਹਮ ਪ੍ਰਾਪਤੀ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਆ, ਆਪਣੇ ਸਮੇਂ ਨੂੰ ਅਜਾਈਂ ਨਹੀਂ ਗਵਾਉਂਦੇ ਹਨ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣਾ। ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸਾ। ਗੁਰਮੁਖ ਬ੍ਰਹਮ ਵਿਚਾਰੋ। ਇਹ ਸਾਧ ਸੰਗਤ ਜੀਓ, ਧੰਨ ਧੰਨ ਬੇਬੇ ਨਾਨਕੀ ਜੀ, ਉਹਨਾਂ ਦਾ ਅਵਤਾਰ ਪੁਰਬ, ਇਸ ਸੰਬੰਧ ਵਿੱਚ ਮਹਾਰਾਜ ਦੇ ਬਾਣੀ ਦੇ ਪਾਠ ਸ੍ਰੀ ਜਪਜੀ ਸਾਹਿਬ ਦੇ ਪਾਠਾਂ ਸਮੇਤ ਚੱਲ ਰਹੇ ਆ।
ਜਿਹੜੀਆਂ ਸੰਗਤਾਂ ਸੇਵਾ 'ਚ ਭਾਗ ਲੈ ਰਹੀਆਂ, ਉਹ ਬੇਬੇ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਰਹੇ ਆ। ਅਤੇ ਬਾਬਾ ਜੀ ਨੂੰ ਤੇ ਬੜਾ ਸ਼ੀਘਰ ਹੀ ਬਚਨ ਹੋਇਆ, ਉਹ ਵੀ ਬਿਨਾਂ ਮਿਲੇ ਦੇ ਫੋਨ ਦੁਆਰਾ। ਪਰ ਬਾਬਾ ਜੀ ਨੇ ਬਚਨ ਨੂੰ ਕਿਸ ਤਰ੍ਹਾਂ ਸਤ ਵਚਨ ਕਰਕੇ ਮੰਨਿਆ, ਸੰਗਤ ਨਾਲ ਵਿਚਾਰ ਕੀਤੀ, ਸੰਗਤਾਂ 'ਚ ਵੀ ਬੜਾ ਅਲੌਕਿਕ ਉਤਸ਼ਾਹ ਪੈਦਾ ਹੋਇਆ। ਅਤੇ ਉੱਧਰ ਕੁਦਰਤੀ ਪਾਠਾਂ ਦੇ ਨਿਮਿત્ਤੇ ਹੀ ਉਹ ਸਥਾਨ ਤਿਆਰ ਹੋ ਰਿਹਾ ਸੀ। ਅਤੇ ਬਾਸੀ ਸਾਹਿਬ ਨੇ ਵੀ, ਮਹਾਰਾਜ ਨੇ ਐਸੀ ਕਿਰਪਾ ਕੀਤੀ, ਉਹਨਾਂ ਨੂੰ ਉਦਮ ਹੀ ਇਹੋ ਜਿਹਾ ਦਿੱਤਾ, ਉਹਨਾਂ ਦੇ ਅੰਦਰ ਵੀ ਇਹੋ ਜਿਹਾ ਉਤਸ਼ਾਹ ਭਰ ਦਿੱਤਾ ਕਿ ਆਸ ਤੋਂ ਵੱਧ ਕੰਮ ਕਰਕੇ ਪੂਰਾ ਕਾਰਪੈਟ ਵੀ ਐਨ ਰੈਡੀ, ਅਤੇ ਬਿਜਲੀ ਦਾ ਵੀ ਸਾਰੀ ਤਰ੍ਹਾਂ ਪ੍ਰਬੰਧ ਕੀਤਾ। ਅਤੇ ਮਹਾਰਾਜ ਕਿਰਪਾ ਨਾਲ ਪਾਠ ਆਰੰਭ ਹੋਏ। ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਤੇ ਮਹਾਰਾਜ ਦੀ ਇਹ ਬੇਬੇ ਜੀ ਨੇ ਦੇਖੋ ਕੋਈ ਐਸਾ ਚਮਤਕਾਰ, ਕੋਈ ਕਰਾਮਾਤ ਹੀ ਦਿਖਾਈ ਹੈ। ਇੰਨੀ ਛੇਤੀ ਹੋਣਾ ਬੜਾ ਮੁਸ਼ਕਿਲ ਹੈ, ਪਰ ਉਹਨਾਂ ਦੀ ਜਿਵੇਂ ਬੇਬੇ ਜੀ ਨੇ ਕੋਈ ਮਿਹਰ ਕੀਤੀ ਵੀ ਇੱਥੇ ਤੁਹਾਨੂੰ ਇਹ ਸੁਭਾਗ ਗੁਰਪੁਰਬ ਮਨਾਉਣ ਦਾ ਮਿਲਣਾ ਸੀ। ਅਤੇ ਕੋਟਾਨ ਕੋਟ ਵੇਰੀ ਬੇਬੇ ਜੀ ਦਾ, ਔਰ ਗੁਰੂ ਮਹਾਰਾਜ ਧੰਨਵਾਦ ਕਰੀਏ। ਪਾਠ ਕਿਤੇ ਵੀ ਉਹਨਾਂ ਦੀ ਯਾਦ ਹੋ ਸਕਦੀ ਹੈ, ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਮਾਤਾ ਪਿਤਾ ਦੇ ਨਿਮਿત્ਤ ਇਹ ਸਥਾਨ ਬਣਿਆ। ਜਨਮ ਦਿਨ ਤੁਸੀਂ ਸਾਰੇ ਬੱਚੇ ਬੱਚੀਆਂ ਮਨਾਉਂਦੇ ਆ ਆਪੋ ਆਪਣੇ ਘਰਾਂ 'ਚ, ਪਰ ਪਿਤਾ ਮਾਤਾ ਦੇ ਘਰ ਵਿੱਚ ਬੇਬੇ ਨਾਨਕੀ ਦਾ ਇਹ ਅਵਤਾਰ ਪੁਰਬ ਮਨਾਇਆ ਜਾ ਰਿਹਾ। ਇਹ ਵੀ ਬਹੁਤ ਵੱਡੀ ਗੱਲ ਹੈ। ਇਹ ਮਹਾਰਾਜ ਦੀ ਖਾਸ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ। ਇਸ ਵਾਸਤੇ ਸੰਤ ਮਹਾਂਪੁਰਖਾਂ ਦਾ, ਸਹਿਯੋਗੀ ਸਾਰੇ ਸੇਵਾਦਾਰਾਂ ਦਾ, ਗ੍ਰੰਥੀ ਸਿੰਘਾਂ ਦਾ, ਮਾਈ ਭਾਈ ਜਿਹੜੇ ਵੀ ਤਨੋਂ ਮਨੋਂ ਤੁਹਾਨੂੰ ਇਸ ਪਵਿੱਤਰ ਸ਼ੁਭ ਕਾਰਜ ਵਿੱਚ ਅੱਗੇ ਵੀ ਪਿੱਛੇ ਵੀ ਆਉਣ ਵਾਲੇ ਸਮਿਆਂ 'ਚ ਵੀ ਯੋਗਦਾਨ ਪਾਉਂਦੇ ਆ, ਸਾਰਿਆਂ ਦਾ ਸਮੁੱਚੇ ਰੂਪ 'ਚ ਬਹੁਤ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਸਿੱਧਕ ਭਰੋਸਾ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਪੰਥ ਵਿੱਚ ਏਕਤਾ ਭਾਗ ਪਿਆਰ ਬਖਸ਼ਿਸ਼ ਕਰਨ, ਔਰ ਅਸਥਾਨ ਦੀ ਮਹਾਂਪੁਰਖਾਂ ਦੀ ਸਾਰੀ ਸੰਗਤ ਦੀ ਚੜ੍ਹਦੀ ਕਲਾ ਹੋਵੇ। ਸੋ ਇਸ ਵਾਸਤੇ ਕੱਲ੍ਹ ਬੇਬੇ ਜੀ ਦੇ ਗੁਰਪੁਰਬ ਦੇ ਨਿਮਿੱਤ ਰੱਖੇ ਹੋਏ ਪਾਠਾਂ ਦੇ ਸ਼ਾਮ ਨੂੰ ਭੋਗ ਪੈਣੇ, ਕੀਰਤਨ ਕਥਾ ਵਿਖਿਆਨ, ਗੁਰੂ ਕੇ ਲੰਗਰ 24 ਘੰਟੇ ਚੱਲਦੇ ਹੈ। ਤੁਸੀਂ ਆਪੇ ਹੀ ਚਲਾਉਣ ਵਾਲੇ ਆ, ਆਪੇ ਛਕਣ ਛਕਾਉਣ ਵਾਲੇ ਆ, ਇਹ ਮਹਾਰਾਜ ਆਪੇ ਮਿਹਰ ਕਰ ਰਹੇ ਆ। ਸੋ ਇਸ ਵਾਸਤੇ ਮਹਾਂਪੁਰਖਾਂ ਦਾ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਗਿਆਨੀ ਜੀ ਸਾਰਾ ਪ੍ਰੋਗਰਾਮ ਮਹਾਂਪੁਰਖ ਆਪੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।